ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰੂ ਨਾਨਕ ਪਤਿਤ ਉਦਾਹਰਣ ਹੈ। ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸ਼ੋਭਾਇਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਿਆਂ ਕਰਨ ਦੇ ਲਈ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਦੀਨ ਦੁਨੀਆ ਦੇ ਮਾਲਕ ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਦੋਹਾਂ ਆਲਮਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਜੋ 13 ਜਨਵਰੀ ਨੂੰ ਈਸਵੀ ਕੈਲੰਡਰ ਅਨੁਸਾਰ ਆ ਰਿਹਾ ਹੈ। ਪੋਹ ਸੁਦੀ 7ਵੀਂ ਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਿੰਨਾਂ ਵੱਲੋਂ ਕੀਤੇ ਗਏ 52 ਬਚਨ ਜੋ 52 ਹੁਕਮਾਂ ਦੇ ਤੌਰ ਤੇ ਸਿੱਖ ਜਗਤ ਅੰਦਰ ਪ੍ਰਚਲਿਤ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਗੁਰੂ ਪਾਤਸ਼ਾਹ ਦੇ ਬਚਨਾਂ ਦੇ ਨਾਲ ਸੰਗਤਾਂ ਦੀ ਸਾਂਝ ਪੁਆਈ ਜਾ ਸਕੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਗੁਰੂ ਪਾਤਸ਼ਾਹ ਦੇ ਬਚਨਾਂ ਦੇ ਪ੍ਰਥਾਏ ਹੁਕਮ ਹੈ, ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਫਰਮਾਨ ਹੈ ਵੀ ਗੁਰੂ ਦੇ ਬਚਨ ਜੀਵਨ ਦੌਰਾਨ ਜੋ ਕਮਾਉਣੇ ਨੇ, ਜੀਵਨ ਨੂੰ ਬਚਨਾਂ ਦੇ ਅਨੁਸਾਰ ਜੋ ਘੜਨਾ ਹੈ, ਬਚਨਾਂ ਦੇ ਅਨੁਸਾਰ ਜੋ ਬਤੀਤ ਕਰਨਾ ਹੈ, ਐਸਾ ਜੋ ਗੁਰੂ ਕੇ ਬਚਨ ਦੀ ਕਸਵੱਟੀ ਤੇ ਖਰਾ ਜੀਵਨ ਜੀਣ ਵਾਲਾ ਗੁਰਮੁਖ ਪਿਆਰਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਨਿਰਲੇਪ ਰਹਿੰਦਾ ਹੈ। ਬਿਨ ਸਾਧੂ ਸੰਗਤ ਰਤਿਆ
माया मोह सब शार मेरे साजन, हर हर नाम संभाल साधु संगत मन वसै पूरन होवै काल। जिहड़ा गुरु दे बचन कमाउंदा है, जिहड़ा गुरु दे बचनां ते अकीदा रखदा है, ਉਹਨੂੰ 84 ਦੇ ਗੇੜ ਤੋਂ, ਦੁੱਖਾਂ ਤੋਂ, ਤਕਲੀਫਾਂ ਤੋਂ ਨਿਜਾਕਤ ਮਿਲ ਜਾਂਦੀ ਹੈ। ਉਹਦਾ ਜੀਵਨ ਸੌਰ ਜਾਂਦਾ ਹੈ, ਲੋਕ ਪਰਲੋਕ ਸੌਰ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਆਪਣੇ ਗੁਰੂ ਦੇ ਬਚਨ ਕਮਾਉਣੇ ਚਾਹੀਦੇ ਨੇ। ਹੁਣ ਦੁਨੀਆ ਦੇ ਅੰਦਰ ਬੜੇ ਅਵਤਾਰੀ ਪੁਰਸ਼, ਰਹਿਬਰ ਮਹਾਂਪੁਰਸ਼ ਹੋਏ ਨੇ, ਮਨੁੱਖਤਾ ਨੂੰ ਉਪਦੇਸ਼ ਦਿੰਦੇ ਰਹੇ ਨੇ, ਮਨੁੱਖਤਾ ਦਾ ਪਾਰ ਉਤਾਰਾ ਕਰਨ ਦੇ ਲਈ। ਔਰ ਜਦੋਂ ਕਦੇ ਸਮਾਂ ਆਵੇ ਪੰਜ ਭੂਤਕ ਸਰੀਰ ਨੂੰ ਤਿਆਗਣਾ ਹੋਵੇ ਤੇ ਆਪਣੇ ਮੁਰਸ਼ਿਦ ਪਾਸੋਂ ਸਿੱਖ ਸੇਵਕ ਫਿਰ ਕੋਈ ਨਾ ਕੋਈ ਐਸਾ ਬਚਨ, ਕੋਈ ਨਾ ਕੋਈ ਉਪਦੇਸ਼ ਸੁਣਨਾ ਚਾਹੁੰਦੇ ਨੇ ਜੋ ਉਹਨਾਂ ਦੀ ਸਦੀਵੀ ਅਗਵਾਈ ਕਰਦਾ ਰਹੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੰਦੇੜ ਦੀ ਧਰਤੀ ਤੇ ਨੇ ਪੰਜ ਭੂਤਕ ਸਰੀਰ ਤਿਆਗ ਕੇ ਸ਼ਬਦ ਸਰੂਪ ਵਿੱਚ ਅਭੇਦਤਾ ਆਪਣੀ ਜੋਤ ਨੂੰ ਪ੍ਰਵੇਸ਼ ਕਰਾਉਣਾ ਹੈ, ਅਭੇਦਤਾ ਕਰਨੀ ਹੈ। ਗੁਰੂ ਕੇ ਪਿਆਰੇ ਸਿੱਖ ਬਾਬਾ ਰਾਮ ਕੋਇਰ ਜੀ ਵਰਗੇ ਹੋਰ ਮਹਾਂਪੁਰਸ਼ ਬੈਠੇ ਸਨ। ਅੱਖਾਂ ਵਿੱਚ ਵੈਰਾਗ ਆਪਣੇ ਮੁਰਸ਼ਿਦ ਨੂੰ ਬੇਨਤੀ ਕੀਤੀ, ਸਿਰ ਦੇ ਸਾਈਂ ਨੂੰ ਬੇਨਤੀ ਕੀਤੀ ਵੀ ਸਾਡੇ ਲਈ ਕੀ ਹੁਕਮ ਹੈ। ਗੁਰੂ ਪਾਤਸ਼ਾਹ ਨੇ ਕੁਝ ਬਚਨ ਕੀਤੇ, ਹੁਕਮ ਕੀਤੇ ਆਪਣੇ ਪਿਆਰਿਆਂ ਸਿੱਖਾਂ ਦੇ ਲਈ। ਔਰ ਪਾਸ ਬੈਠੇ ਹੋਏ ਸਿੱਖ ਸੇਵਕਾਂ ਨੇ ਉਹ ਕਲਮਬੱਧ ਕਰ ਲਏ। ਇਹ ਪ੍ਰਚਲਿਤ ਰਿਹਾ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜੀਵਨ ਕਾਲ ਜਿੱਥੇ ਰੱਬੀ ਗੀਤ ਗਾਏ, ਬਾਣੀ ਉਚਾਰੀ, ਪੰਜ ਭੂਤਕ ਸਰੀਰ ਤਿਆਗਣ ਦੇ ਸਮੇਂ ਜੋ ਬਚਨ ਕੀਤੇ ਗੁਰਮੁਖਾਂ ਪਿਆਰਿਆਂ ਨੇ ਲਿਖ ਲਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਜੋ ਆਪਣੇ ਪੰਜ ਭੂਤਕ ਸਰੀਰ ਤਿਆਗਣ ਦੇ ਸਮੇਂ ਅੰਤਲੇ ਜੋ ਬਚਨ ਕੀਤੇ ਸਨ, ਅੱਜ ਵੀ ਸਾਡੀ ਅਗਵਾਈ ਕਰਨ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਦ ਦੇ ਵਿੱਚੋਂ ਸੁਭਾਏਮਾਨ ਨੇ। ਜਦੋਂ ਇਹ ਬਚਨ ਕੀਤੇ ਸਨ, ਬਾਬਾ ਸੁੰਦਰ ਜੀ ਹੁਣਾਂ ਨੇ, ਉਹਨਾਂ ਮਹਾਂਪੁਰਸ਼ਾਂ ਨੇ ਉਸੇ ਵੇਲੇ ਹੀ ਕਲਮਬੱਧ ਕਰ ਲਏ ਸਨ। ਫਿਰ ਗੁਰੂ ਅਰਜਨ ਸਾਹਿਬ ਨੇ ਉਹ ਬਚਨ ਭਾਈ ਗੁਰਦਾਸ ਜੀ ਕੋਲੋਂ ਸ਼੍ਰੀ ਆਦ ਗ੍ਰੰਥ ਸਾਹਿਬ ਵਿੱਚ ਲਿਖਵਾ ਦਿੱਤੇ। ਤੁਸੀਂ ਰੋਜ਼ ਹੀ ਪੜ੍ਹਦੇ ਹੋ, ਅੰਤੇ ਸਤਿਗੁਰ ਬੋਲਿਆ ਮੈਂ ਪਿਛੈ ਕੀਰਤਨ ਕਰਿਓ ਨਿਰਵਾਣ ਜੀਓ। ਅੰਤੈ ਸਤਿਗੁਰ ਬੋਲਿਆ, ਅੰਤ ਦੇ ਸਮੇਂ ਦੇ ਬਚਨ ਸਨ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਅੰਤਲੇ ਸਮੇਂ ਜੋ ਬਚਨ ਕੀਤੇ, ਅੰਤਲੇ ਸਮੇਂ ਜੋ ਸ਼ਬਦ ਪੜ੍ਹਿਆ, ਗੁਰਬਿਲਾਸ ਪਾਤਸ਼ਾਹੀ 6ਵੀਂ ਵਿੱਚੋਂ ਮਿਲ ਜਾਂਦਾ ਹੈ। ਇਉਂ ਸਮੇਂ-ਸਮੇਂ ਤੇ ਗੁਰੂ ਪਾਤਸ਼ਾਹੀਆਂ ਜੋ ਬਚਨ ਕਰਦੀਆਂ ਰਹੀਆਂ ਨੇ, ਉਹ ਸਾਡੀ ਅਗਵਾਈ ਕਰਦੇ ਰਹਿਣ। ਬਚਨ ਗੁਰਮੁਖ ਪਿਆਰੇ ਸਮਕਾਲੀ ਸਿੱਖਾਂ ਨੇ ਉਹ ਲਿਖੇ ਨੇ। ਨੰਦੇੜ ਦੀ ਧਰਤੀ ਹੈ, ਪੰਜ ਭੂਤਕ ਸਰੀਰ ਪਾਤਸ਼ਾਹ ਨੇ ਤਿਆਗ ਜਾਣਾ ਹੈ। ਉਪਦੇਸ਼ ਕੀਤਾ ਹੈ ਸਿੱਖਾਂ ਸੇਵਕਾਂ ਦੇ ਲਈ, ਔਰ ਉਹ 52 ਹੁਕਮ ਸਮਕਾਲੀ ਸਿੱਖਾਂ ਨੇ ਲਿਖ ਲਏ ਨੇ। ਸਿੱਖ ਜਗਤ ਅੰਦਰ ਬੜਾ ਅਦਬ ਅਤੇ ਸਤਿਕਾਰ ਰੱਖਣ ਵਾਲੇ ਵਿਦਿਆ ਮਾਰਦੰਡ ਪ੍ਰਿੰਸੀਪਲ ਸਤਬੀਰ ਸਿੰਘ ਜੀ, ਉਹਨਾਂ ਸਿੱਖ ਜਗਤ ਦੇ ਵਿਦਵਾਨ ਪੁਰਸ਼ਾਂ ਨੇ ਪੁਰਾਤਨ ਹਸਤ ਲਿਖਤ ਉੱਤੋਂ ਇਹ 52 ਬਚਨ
ਨੋਟ ਕਰਕੇ ਉਲੱਥਾ ਕਰਕੇ ਆਪਣੀ ਇੱਕ ਪੁਸਤਕ ਵਿੱਚ ਛਾਪੇ ਸਨ, ਜਿਸ ਪੁਸਤਕ ਦਾ ਨਾਮ ਆਪ ਸਰਬੱਤ ਸੰਗਤਾਂ ਜਾਣਦੇ ਹੀ ਹੋ, ਆਦਿ ਸਿੱਖ ਆਦਿ ਸਾਖੀਆਂ ਹੈ। ਔਰ ਇਹ ਜਿਹੜੀ ਪੁਰਾਤਨ ਹਸਤ ਲਿਖਤ ਸੀ, ਇਹ ਜਿਹੜੇ ਗੁਰੂ ਪਾਤਸ਼ਾਹ ਦੇ ਬੋਲ ਸਨ, ਇਹ ਬਾਬਾ ਬੁੱਢਾ ਜੀ ਮਹਾਂਪੁਰਸ਼ਾਂ ਦੇ ਪੜਪੋਤਰੇ ਬਾਬਾ ਰਾਮ ਕੌਰ ਜੀ ਨੇ ਲਿਖੇ ਸਨ। ਔਰ ਬਾਬਾ ਰਾਮ ਕੌਰ ਜੀ ਦੀ ਲਿਖਤ ਤੋਂ ਪ੍ਰਿੰਸੀਪਲ ਸਤਬੀਰ ਸਿੰਘ ਹੁਣਾਂ ਨੇ ਆਦਿ ਸਿੱਖ ਆਦਿ ਸਾਖੀਆਂ ਦੇ ਵਿੱਚ ਇਹ ਬੋਲ ਉਲੱਥਾ ਕਰਕੇ ਲਿਖੇ। ਇਹਨਾਂ ਬਚਨਾਂ ਦਾ ਉਲੱਥਾ ਕੀਤਾ ਔਰ ਦੁਨੀਆ ਅੰਦਰ ਸਿੱਖ ਜਗਤ ਅੰਦਰ ਇਹ 52 ਹੁਕਮ, ਇਹ 52 ਗੁਰੂ ਕੇ ਬਚਨ ਜਗਤ ਪ੍ਰਸਿੱਧ ਨੇ। ਔਰ ਇੱਕ ਗੱਲ ਦਾ ਖਿਆਲ ਰੱਖਿਓ, ਗੁਰੂ ਘਰ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਨੇ, ਇਤਿਹਾਸਕ ਗ੍ਰੰਥ ਨੇ, ਜਿਤਨੇ ਵੀ ਗੁਰੂ ਪਾਤਸ਼ਾਹੀਆਂ ਦੇ ਬਚਨ ਨੇ, ਸਿੱਖ ਸੇਵਕਾਂ ਦੇ ਬਚਨ ਨੇ, ਸਾਰਿਆਂ ਦਾ ਵਜੂਦ, ਸਾਰਿਆਂ ਦੀ ਜੜ ਗੁਰੂ ਗ੍ਰੰਥ ਸਾਹਿਬ ਹੀ ਹੈ। ਇਹ ਸਭ ਇੱਕ ਓੰਕਾਰ ਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੀ ਵਿਸਥਾਰ ਹੈ। ਔਰ 52 ਹੁਕਮਾਂ ਦੀ ਵਿਆਖਿਆ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਕਰਨੀ ਹੈ। ਔਰ ਯਤਨ ਕਰਾਂਗੇ ਇਹ 52 ਹੁਕਮਾਂ ਦੇ ਪਰਥਾਏ ਆਪ ਸੰਗਤ ਦੇ ਨਾਲ ਸਾਂਝ ਪਾਉਣ ਦੇ ਸਮੇਂ ਇਹਨਾਂ ਹੁਕਮਾਂ ਦੇ ਨਾਲ ਰਲਗੱਡ ਬਚਨ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਨੇ, ਉਹਨਾਂ ਦੇ ਰਾਹੀਂ ਇਹਨਾਂ ਹੁਕਮਾਂ ਦੀ ਵਿਆਖਿਆ ਕੀਤੀ ਜਾ ਸਕੇ। ਆਓ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਇਹ ਵਿਆਖਿਆ ਆਰੰਭ ਕਰਨ ਦਾ ਯਤਨ ਕਰੀਏ। 52 ਹੁਕਮਾਂ ਵਿੱਚੋਂ ਜੋ ਪਹਿਲਾ ਹੁਕਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਸਿੱਖ ਸੇਵਕਾਂ ਦੇ ਲਈ, ਖਾਲਸਾ ਪੰਥ ਲਈ, ਸਿੱਖ ਜਗਤ ਲਈ ਬਖਸ਼ਿਆ, ਮਹਾਰਾਜ ਆਖਣ ਲੱਗੇ, ਕਿਰਤ ਧਰਮ ਕੀ ਕਰਨੀ, ਕਿਰਤ ਧਰਮ ਕੀ ਕਰਨੀ। ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵੱਲ ਧਿਆਨ ਦਿਓ ਵੀ ਇਹ ਤੁਹਾਨੂੰ ਮਿਲੇਗਾ। ਵੇਖੋ, ਜੀਵਨ ਦਾ ਗੁਜ਼ਾਰਾ ਚਲਾਉਣ ਦੇ ਲਈ ਸਾਨੂੰ ਕਿਰਤ ਕਰਨੀ ਪੈਂਦੀ ਹੈ। ਕੋਈ ਮੂੰਹ ਵਿੱਚ ਬੁਰਕੀ ਨਹੀਂ ਪਾਉਣ ਲੱਗਾ, ਮੁਸ਼ੱਕਤ ਆਪ ਘਾਲਣੀ ਪੈਂਦੀ ਹੈ, ਮੁਸ਼ੱਕਤ ਘਾਲ ਕੇ ਕਮਾਈ ਕਰਨੀ ਪੈਂਦੀ ਹੈ। ਕਿਰਤ ਕੋਈ ਵੀ ਹੋਵੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਹੁਕਮ ਹੈ ਵੀ ਹੱਕ ਦਾ ਹੀ ਖਾਣਾ ਹੈ। ਇਹੀ ਬੋਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨੇ, ਕਹਿੰਦੇ ਧਰਮ ਦੀ ਕਿਰਤ ਕਰਨੀ ਹੈ। ਔਰ ਕਿਰਤ ਕਰਨ ਦੇ ਸਮੇਂ ਦੇਖੋ, ਕਰਮ ਹੱਥਾਂ ਨਾਲ ਕੀਤਾ ਜਾਂਦਾ, ਕਿਰਤ ਹੱਥਾਂ ਨਾਲ ਹੁੰਦੀ ਹੈ। ਤੇ ਚਿੱਤ ਪ੍ਰਭੂ ਵਿੱਚ ਟਿਕਾਉਣਾ ਇੱਕ ਕਹਾਵਤ ਪ੍ਰਚਲਿਤ ਹੈ। ਧਰਮ ਦੀ ਕਿਰਤ ਕੀ ਹੈ? ਹੱਕ ਸੱਚ ਦੀ ਕਮਾਈ। ਔਰ ਕਮਾਈ ਕਰਨ ਦੇ ਸਮੇਂ ਪਰਮਾਤਮਾ ਦੀ ਯਾਦ ਵਿੱਚ ਸ਼ਰਸਾਰ ਰਹਿਣਾ। ਕਹਾਵਤ ਪ੍ਰਚਲਿਤ ਹੈ, ਹੱਥ ਕਾਰ ਵੱਲ ਚਿਤ ਯਾਰ ਵੱਲ, ਨਾਮਾ ਕਹੈ ਤੇ ਲੋਚਨਾ, ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ, ਸਭ ਚੀਤ ਨਿਰੰਜਨ, ਨਾਲ ਇਹ ਹੈ ਧਰਮ ਦੀ ਕਿਰਤ। ਔਰ ਆਪਣੇ ਹੱਕ ਦਾ ਖਾਣਾ ਹੈ। ਮੰਨ ਲਓ ਕਿਰਤ ਕਰਨੀ ਛੱਡ ਦਈਏ, ਖਾਣਾ ਤੇ ਕਿਤੇ ਨਾ ਕਿਤੇ ਪਵੇਗਾ। ਤੇ ਜਦੋਂ ਆਪ ਕਿਰਤ ਨਾ ਕੀਤੀ, ਮਤਲਬ ਸਾਫ਼ ਹੈ ਵੀ ਕਿਸੇ ਦਾ ਹੀ ਹੱਕ ਖਾਵਾਂਗੇ। ਫਿਰ ਹੁਣ ਜਦੋਂ ਕਿਸੇ ਦਾ ਹੱਕ ਖਾਵਾਂਗੇ, ਮੁਰਦਾਰ ਖਾਵਾਂਗੇ, ਤੇ ਮੁਰਦਾਰ ਖਾਣਾ ਬਾਣੀ ਨੇ ਪਾਪ ਲਿਖਿਆ ਹੈ। ਮੁਰਦਾਰ ਖਾਣ ਵਾਲੇ ਨੂੰ ਗੁਨਾਹਗਾਰ ਆਖਿਆ ਹੈ। ਹਾਂ, ਤਰੀਕੇ ਵੱਖੋ ਵੱਖਰੇ ਨੇ ਕਿਸੇ ਦਾ ਹੱਕ ਖਾਣ ਦੇ। ਕੋਈ ਚਾਪਲੂਸੀ ਕਰਕੇ ਹੱਕ ਖਾ ਜਾਂਦਾ, ਕੋਈ ਧੱਕੇ ਨਾਲ ਖੋਹ ਕੇ ਖਾ ਜਾਂਦਾ, ਕੋਈ ਧੋਖਾ ਦੇ ਕੇ, ਠੱਗੀ ਮਾਰ ਕੇ ਕਿਸੇ ਦਾ ਹੱਕ ਖਾ ਜਾਂਦਾ ਹੈ। ਕਿਸੇ ਤਰੀਕੇ ਵੀ ਖਾਧਾ ਜਾਵੇ, ਹੈ ਤੇ ਮੁਰਦਾਰ ਹੀ ਹੈ ਤੇ ਕਿਸੇ ਦਾ ਹੱਕ ਹੀ ਹੈ। ਤੇ ਮੁਰਦਾਰ ਖਾਣਾ ਗੁਰੂ ਗ੍ਰੰਥ ਸਾਹਿਬ ਨੇ ਗੁਨਾਹ ਲਿਖਿਆ ਹੈ। ਅੱਜ ਤਾਂ ਸ਼ਰੇਆਮ ਮੁਰਦਾਰ ਲੋਕ ਖਾਂਦੇ ਨੇ, ਸ਼ਰੇਆਮ ਧੱਕਾ ਧੋੜੀ ਕਰਦੇ ਨੇ। ਇੱਥੋਂ ਤੱਕ ਕਈ ਤੇ ਧਰਮ ਦਾ ਲਿਬਾਸ ਪਾ ਕੇ ਵੀ ਲੁੱਟਾਂ ਖੋਹਾਂ ਕਰ ਲੈਂਦੇ ਨੇ, ਠੱਗੀ ਠੋਰੀ ਚਲਾ ਲੈਂਦੇ ਨੇ। ਆਪ ਦੁਖੀ ਹੈ। ਜਦੋਂ ਕਿਸੇ ਦਾ ਹੱਕ ਖਾਵਾਂਗੇ ਕਿਤੇ ਪਚਦਾ ਹੈ, ਆਪ ਦੁਖੀ ਨੇ। ਜਿਸ ਦਾ ਖੋਹਦੇ ਨੇ ਉਸ ਨੂੰ ਵੀ ਦੁੱਖ ਦਿੰਦੇ ਨੇ। ਇਹ ਸਾਡੇ ਐਸੇ ਹਾਲਾਤ ਕਿਉਂ ਨੇ?
ਚਿੰਤਾਵਾਂ ਈਰਖਾ ਵਿਕਾਰਾਂ ਵਿੱਚ ਫਿਰ ਵੀ ਗਲਤਾਨ ਨਾ ਕਰ। ਕੋਠੀਆਂ ਮਾਇਆ ਨਾਲ ਭਰੀਆਂ ਨੇ, ਸ਼ਾਂਤੀ ਫਿਰ ਵੀ ਨਹੀਂ, ਸਹਿਜ ਫਿਰ ਵੀ ਨਹੀਂ, ਚਿੰਤਾਵਾਂ ਨਾਲ ਗ੍ਰਸਤ ਹਾਂ। ਕਾਰਨ ਇਹ ਹੈ ਵੀ ਗੁਰੂ ਪਾਤਸ਼ਾਹ ਦੇ ਬਚਨ ਵਿਸਾਰ ਦਿੱਤੇ, ਬੁਰਾਈਆਂ ਨੇ ਸਾਨੂੰ ਆਣ ਘੇਰਿਆ ਹੈ। ਕਿਰਤ ਧਰਮ ਦੀ ਕਰਨੀ ਹੈ। ਗੁਰੂ ਨਾਨਕ ਸਾਹਿਬ ਨੇ ਪਹਿਲੇ ਅਕਾਲ ਪੁਰਖ ਦੇ ਜਾਮੇ ਵਜੋਂ ਕਹਿ ਦਿੱਤਾ ਸੀ, ਘਾਲ ਖਾਏ ਕਿਛ ਹੱਥੋਂ ਦੇ। ਘਾਲਣਾ ਘਾਲ ਕੇ ਕਮਾਈ ਕਰ ਤੇ ਫਿਰ ਦਾਨ ਵੀ ਕਰਿਆ ਕਰ ਉਹਦੇ ਵਿੱਚੋਂ। ਅਗਲਾ ਲਫ਼ਜ਼ ਆਵੇਗਾ ਦਸਵੰਧ ਦੇ ਬਾਬਤ। ਮਹਾਰਾਜ ਕਹਿੰਦੇ ਕਮਾਈ ਕਰ ਔਰ ਉਸ ਵਿੱਚੋਂ ਦਾਨ ਵੀ ਕਰਿਆ ਕਰ, ਕਿਉਂਕਿ ਲੋੜਵੰਦ ਕਈ ਮਿਲ ਪੈਂਦੇ ਨੇ, ਉਹਨਾਂ ਨੂੰ ਦਾਨ ਵੀ ਕਰਿਆ ਕਰ। ਕੀ ਹੋਵੇਗਾ ਫਿਰ? ਘਾਲ ਖਾਏ ਕਿਛ ਹੱਥੋਂ ਦੇਹ, ਨਾਨਕ ਰਾਹੋ ਪਛਾਣੈ ਸੇ। ਫਿਰ ਤੈਨੂੰ ਜੀਵਨ ਜਾਚ ਆ ਜਾਵੇਗੀ, ਪਰਮਾਤਮਾ ਦੀ ਪ੍ਰਾਪਤੀ ਦੇ ਰਾਹ ਦੀ ਪਹਿਚਾਣ ਹੋ ਜਾਵੇਗੀ, ਹਰੀ ਦੇ ਮਾਰਗ ਦਾ ਪਤਾ ਚੱਲ ਜਾਵੇਗਾ ਅਗਰ ਤੂੰ ਹੱਥੀਂ ਕਿਰਤ ਕਰੇਗਾ, ਦਾਨ ਪੁੰਨ ਕਰੇਗਾ। ਭਾਈ ਗੁਰਦਾਸ ਜੀ ਨੇ ਵੀ ਕਹਿ ਦਿੱਤਾ, ਕਿਰਤ ਵਿਰਤ ਕਰ ਧਰਮ ਕੀ। ਕਿਰਤ ਵਿਰਤ ਕਰ ਧਰਮ ਕੀ, ਖੱਟ ਖਵਾਲਣ ਕਾਰ ਕਰੇ ਹੀ। ਭਾਈ ਗੁਰਦਾਸ ਕਹਿੰਦੇ ਨੇ, ਗੁਰਮੁਖ ਜਨਮ ਸਕਾਰ ਥਾ, ਗੁਰਬਾਣੀ ਪੜ ਸਮਝ ਸਨੇਹੀ। ਗੁਰਮੁਖ ਨੇ ਜਨਮ ਸਫਲਾ ਕੀਤਾ ਬਾਣੀ ਪੜ੍ਹ ਕੇ, ਕਿਰਤ ਕਰਕੇ ਆਪ ਤਰੇ, ਗੁਰਸਿੱਖ ਤਰੇ ਹੀ। ਆਪ ਤਰ ਗਏ ਅਤੇ ਹੋਰਾਂ ਨੇ ਵੀ ਉਹਨਾਂ ਦੀ ਸੰਗਤ ਕਰਕੇ ਤਰਨਾ ਕੀਤਾ। ਇੱਕ ਗੱਲ ਦਾ ਖਿਆਲ ਰੱਖਿਓ, ਕਈ ਵਾਰ ਅਸੀਂ ਕਿਸੇ ਦਾ ਹੱਕ ਮਾਰਦੇ ਹਾਂ ਤੇ ਫਿਰ ਵਿੱਚੋਂ ਕੁਝ ਦਾਨ ਕਰ ਦਿੰਦੇ ਹਾਂ ਵੀ ਸਾਡਾ ਪਾਪ ਕੱਟਿਆ ਜਾਵੇ। ਕਹਿੰਦੇ ਨਹੀਂ, ਸਿੱਧੇ ਜੇ ਅਲਫਾਜ਼ ਨੇ ਵੀ, ਹਰਾਮ ਦਾ ਭੋਜਨ ਮਸਾਲੇ ਪਾਇਆ ਪਵਿੱਤਰ ਨਹੀਂ ਹੁੰਦਾ। ਹਰਾਮ ਦਾ ਭੋਜਨ ਮਸਾਲੇ ਪਾਇਆ ਪਾਕ ਨਹੀਂ ਹੋ ਸਕਦਾ। ਸਮਝੋ ਵੀ ਠੱਗੀ ਮਾਰ ਲਈ ਤੇ ਫਿਰ ਪਾਠ ਪੂਜਾ ਕਰ ਲਈ, ਗੱਲ ਬਣ ਜਾਵੇਗੀ। ਕਹਿੰਦੇ ਨਹੀਂ, ਹੱਕ ਦੀ ਕਮਾਈ ਨਹੀਂ ਹੈ। ਪਾਠ ਪੂਜਾ ਦਾ ਮਸਾਲਾ ਪਾਇਆ, ਇਹ ਹੱਕ ਦੀ ਨਹੀਂ ਬਣ ਚੱਲੀ। ਮਾਰਨ ਪਾਹੇ ਹਰਾਮ ਮਹਿ, ਹੋਏ ਹਲਾਲ ਨਾ ਜਾਏ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਮਸਾਲੇ ਪਾਇਆ ਹਰਾਮ ਦਾ ਕਦੇ ਹਲਾਲ ਦਾ ਨਹੀਂ ਜੇ ਬਣਦਾ। ਜਿਸ ਦਾ ਹੱਕ ਮਾਰਿਆ ਉਹਦੀ ਬਦਦੁਆ ਵੀ ਲੱਗੇਗੀ। ਇਹ ਨਾ ਸਮਝ ਵੀ ਪਾਠ ਪੂਜਾ ਨਾਲੇ ਗੁਨਾਹ ਕੱਟਿਆ ਜਾਵੇਗਾ। ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਨੇ ਤੇ ਸਿੱਧਾ ਕਹਿ ਦਿੱਤਾ ਵੀ ਮੁਰਦਾਰ ਖਾਵੇਂਗਾ, ਲੋਕ ਤੇ ਤੇਰਾ ਉਜੜੇਗਾ ਹੀ, ਪਰਲੋਕ ਵਿੱਚ ਵੀ ਧੱਕੇ ਨੇ ਤੇਰੀ ਮੈਂ ਹਾਮੀ ਨਹੀਂ ਭਰਾਂਗਾ। ਇਹ ਹੁਣ ਧਿਆਨ ਅਸੀਂ ਦੇਣਾ ਜਿਹੜੇ ਹੱਕ ਖਾਨੇ ਲੋਕਾਂ ਦਾ। ਸਾਫ਼ ਬੋਲ ਨੇ, ਕਹਿੰਦੇ ਹਿੰਦੂਆਂ ਦੇ ਗੁਰੂ ਦੇਵਤੇ, ਸਿੱਖਾਂ ਦੇ ਗੁਰੂ ਪਾਤਸ਼ਾਹ, ਇਸਲਾਮ ਜਗਤ ਦੇ ਮੁਰਸ਼ਦ ਪੀਰ ਆਪਣੇ ਸੇਵਕਾਂ ਦੀ ਹਾਮੀ ਤਾਂ ਹੀ ਭਰਨਗੇ ਅਗਰ ਉਹ ਮੁਰਦਾਰ ਨਹੀਂ ਖਾਂਦੇ। ਤੇ ਕਿਸੇ ਵੀ ਧਰਮ ਚੋਂ ਹੈ, ਜੇ ਮੁਰਦਾਰ ਖਾਨਾ ਹੈ, ਗੈਰਾਂ ਦਾ ਹੱਕ ਖਾਨਾ ਹੈ, ਤੇ ਕੋਈ ਗੁਰੂ ਪੀਰ ਲੋਕ ਪਰਲੋਕ ਵਿੱਚ ਤੇਰੀ ਬਾਂਹ ਨਹੀਂ ਫੜੇਗਾ। ਇਹ ਗੁਰੂ ਗ੍ਰੰਥ ਸਾਹਿਬ ਨੇ ਮੋਹਰ ਲਾਈ ਹੈ, ਗੁਰ ਪੀਰ ਹਾਮਾ ਤਾਂ ਭਰੈ। ਗੁਰ ਪੀਰ ਹਾਮਾ ਤਾਂ ਭਰੈ, ਜਾਂ ਮੁਰਦਾਰ ਨਾ ਖਾਏ। ਹਾਮੀ ਫਿਰ ਭਰਨਗੇ ਜੇ ਕਿਸੇ ਦਾ ਹੱਕ ਨਹੀਂ ਖਾਵੇਂਗਾ ਤੇ ਫਿਰ ਲੋਕ ਪਰਲੋਕ ਵਿੱਚ ਤੇਰੀ ਰੱਖਿਆ ਕਰਨਗੇ। ਦਾ ਸਪਿਰਚੁਅਲ ਗੁਰੂ ਸਟੈਂਡਸ ਬਾਏ ਵਿਦ ਅਸ। ਉਦੋਂ ਹੀ ਗੁਰੂ ਤੇਰੇ ਨਾਲ ਖਲੋਵੇਗਾ ਜਦੋਂ ਅਸੀਂ ਕਿਸੇ ਦਾ ਹੱਕ ਨਹੀਂ ਖਾਵਾਂਗੇ। ਤੇ ਜੇ ਕਿਸੇ ਦਾ ਹੱਕ ਖਾਵਾਂਗੇ, ਰੱਬ ਦਾ ਵਾਸਤਾ ਹੀ ਭੁਲੇਖਾ ਕੱਢ ਦੇ ਵੀ ਗੁਰੂ ਹਰਿਕ੍ਰਿਸ਼ਨ ਤੇਰੀ ਬਾਂਹ ਫੜ ਲਵੇਗਾ, ਡੁੱਬਦੇ ਨੂੰ ਡੁੱਬਣ ਦਵੇਗਾ ਉਹ। ਅਗਲਾ ਬੋਲ ਹੈ ਪਾਤਸ਼ਾਹ ਦਾ, ਦਸਵੰਧ ਦੇਣਾ। ਦੇ ਦਸਵੰਧ ਗੁਰੂ ਕੇ ਰੂੜਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ, ਜਿਹੜਾ ਮੁਸ਼ੱਕਤਾਂ ਘਾਲ ਕੇ ਕਮਾਇਆ ਹੈ ਉਹਦੇ ਚੋਂ 10ਵਾਂ ਹਿੱਸਾ ਗੁਰੂ ਕੀ ਗੋਲਕ ਲਈ ਕੱਢਣਾ ਹੈ। ਤੁਸੀਂ ਦੇਖੋ, ਗੁਰੂ ਮਹਾਰਾਜ ਨੇ ਮੁਸ਼ੱਕਤ ਘਾਲਣ ਤੋਂ, ਸੁੱਖ ਸਹੂਲਤਾਂ, ਧਨ ਦੌਲਤ ਇਕੱਠੀ ਕਰਨ ਤੋਂ ਨਹੀਂ ਰੁਕਿਆ। ਸਾਫ਼ ਕਿਹਾ ਹੈ, ਉਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਜ। ਉਦਮ ਕਰ, ਮੁਸ਼ੱਕਤਾਂ ਘਾਲ, ਕਮਾਈ ਕਰ, ਮਾਇਆ ਇਕੱਠੀ ਕਰ ਲੈ, ਜੀਵਨ ਦਾ ਗੁਜ਼ਾਰਾ ਚੰਗਾ ਚੱਲੇ ਤੇਰਾ।
पर एक खूह है, पानी खलोता ही रवे ते मुश्क मार जाता है, उहदे चों वरतीदा रवे ते प्रफुल्लत रहिंदा है। हुण माया इकट्ठी करनी सी, वस्तुआं इकट्ठियां करनियां सी, जीवन दा गुजारा चलदा रवे। पर कई बार की हुंदा, वस्तुआं 'च ही खचित हो जाने आ, देण वाला गुरु नानक भुल जांदा। मुश्किल उदों खड़ी हुंदी है। जाना मंजिल ते सी, साधन दे नाल ही मोह पा लईए ते गल नहीं चलेगी। ट्रेन लैनी अमृतसर दी, मंजिल अमृतसर है, ट्रेन विचों ही ना उठो, ये गल नहीं चलेगी। असीं माया नाल मोह पा लिया है, मंजिल विसार दित्ती, मुश्किल इत्थे है। माया ते उसने बनाई साडी वरतों लई सी। दीन दुनिया दे मालक गुरु गोबिंद सिंह कहंदे भी वेखो, नेक कमाई विचों 10वां हिस्सा गुरु की गोलक विच पाउणा है। ਉਹ गुरु की गोलक ਜਿਹੜੀ ਲੋੜਵੰਦਾਂ ਦੇ ਕੰਮ ਆਉਂਦੀ ਹੈ। ਵੇਖੋ ਕੋਈ ਗਰੀਬ ਹੈ, ਤਨ ਤੇ ਕੱਪੜਾ ਨਹੀਂ, ਗਰੀਬ ਦੇ ਤਨ ਨੂੰ ਕੱਪੜਾ ਲੈ ਦੇਣਾ, ਤਨ ਢੱਕ ਦੇਣਾ। ਇੱਕ ਅਪਾਹਜ ਹੈ, ਉਹ ਕਮਾਈ ਨਹੀਂ ਕਰ ਸਕਦਾ, ਉਸ ਦੀਆਂ ਆਂਦਰਾਂ ਤਪੀਆਂ ਨੇ, ਭੁੱਖ ਦੇ ਸਹਿਤ ਹੈ, ਉਹਦੇ ਮੂੰਹ ਨੂੰ ਕੋਈ ਬੁਰਕੀ ਲਾ ਦੇਣੀ, ਇਹ ਆਪਣੇ 10ਵੇਂ ਹਿੱਸੇ ਚੋਂ ਕਰਨਾ ਹੈ। ਕੋਈ ਹਾਲਾਤਾਂ ਦਾ ਮਾਰਿਆ, ਰੱਬੀ ਆਫਤ ਆ ਗਈ, ਹੜ੍ਹ ਆ ਗਏ, ਕਿਤੇ ਕਾਲ ਪੈ ਗਿਆ, ਕਿਸੇ ਦੀ ਫਸਲ ਨੂੰ ਅੱਗ ਲੱਗ ਗਈ, ਐਸੇ ਲੋੜਵੰਦਾਂ ਦੀ ਮਦਦ ਕਰਨੀ। ਆਪਾਂ ਕਈ ਵਾਰ ਕਹਿ ਦਿੰਦੇ ਨਾ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ। ਗੁਰੂ ਦੇ ਦਰ ਲਈ ਦਸਵੰਧ ਕੱਢਣਾ। ਔਰ ਵੇਖੋ, ਗੁਰਦੁਆਰਾ ਬੰਗਲਾ ਸਾਹਿਬ ਬੈਠੇ ਹੋ, ਹਰਿਮੰਦਰ ਸਾਹਿਬ ਜਾਂਦੇ ਹੋ, ਹਜ਼ਾਰਾਂ ਗੁਰੂ ਘਰ ਨੇ। ਗੁਰੂ ਕੀ ਗੋਲਕ ਵਿੱਚ ਜਿਹੜਾ ਤੁਸੀਂ 10ਵਾਂ ਹਿੱਸਾ ਆਪਣਾ ਪਾਉਂਦੇ ਹੋ, ਉਹਦੇ ਨਾਲ ਲੱਖਾਂ ਲੋੜਵੰਦ ਲੋਕ ਲੰਗਰ ਛਕਦੇ ਨੇ, ਭੋਜਨ ਛਕਦੇ ਨੇ। ਔਰ ਸਿੱਖ ਜਗਤ ਦੀ ਇਹ ਵਡਿਆਈ ਹੈ ਵੀ ਕਿਤੇ ਵੀ ਕੋਈ ਰੱਬੀ ਆਫਤ ਆਵੇ, ਕਿਤੇ ਹੜ੍ਹ ਆਉਣ, ਕਿਤੇ ਭੂਕੰਪ ਆਵੇ, ਹਾਲਾਤ ਬਦਤਰ ਹੋ ਜਾਣ, ਕਿਤੇ ਬੱਦਲ ਫਟ ਜਾਵੇ, ਕਿਤੇ ਲੜਾਈ ਲੱਗੀ ਹੋਵੇ, ਤੇ ਗੁਰੂ ਕੇ ਸਿੱਖ ਆਪਣੇ ਦਸਵੰਧ ਚੋਂ ਭੋਜਨ, ਬਸਤਰ, ਪਦਾਰਥ ਲੈ ਕੇ ਉਸ ਜਗ੍ਹਾ ਪਹੁੰਚ ਕੇ ਸੇਵਾ ਕਰ ਆਉਂਦੇ ਨੇ। ਗੁਰੂ ਨਾਨਕ ਨਿਰੰਕਾਰੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਲੈਂਦੇ ਨੇ। ਹੁਣ ਤੇਰੇ ਦਸਵੰਧ ਕੱਢਣ ਨਾਲ ਇੱਕ ਖੁਸ਼ਹਾਲ ਸਮਾਜ ਦੀ ਸਿਰਜਣਾ ਹੋ ਸਕਦੀ ਹੈ। ਜਿਹੜੇ ਲੋੜਵੰਦ ਨੇ, ਕਮਾ ਨਹੀਂ ਸਕਦੇ, ਉਹਨਾਂ ਦੀਆਂ ਲੋੜਾਂ ਦੀ ਪੂਰਤੀ ਵੀ ਹੋ ਸਕਦੀ ਹੈ। ਦਸਵੰਧ ਕੱਢਣਾ ਇਸ ਲਈ ਜ਼ਰੂਰੀ ਹੈ। ਹੁਣ ਕਰਦੇ ਕੀ ਹੈ, ਜੇ 10 ਵਸਤੂਆਂ ਦਿੱਤੀਆਂ ਤੇ ਲੱਖਾਂ ਨੇ, ਮੰਨ ਲਓ 10 ਵਸਤੂਆਂ ਸਾਨੂੰ ਉਸਨੇ ਦਿੱਤੀਆਂ ਨੇ, ਵਿੱਚੋਂ ਇੱਕ ਵਸਤੂ ਲੋੜਵੰਦ ਲਈ ਅਸੀਂ ਕੱਢਣੀ ਹੈ, ਕੋਈ ਘਾਟਾ ਨਹੀਂ ਪੈਣ ਲੱਗਾ, 9 ਵੀ ਉਸਨੇ ਹੀ ਦਿੱਤੀਆਂ ਨੇ। ਹੁਣ ਮੁਸ਼ਕਲ ਇਹ ਹੈ ਵੀ ਜਿਸ ਕਰਤਾਰ ਨੇ 10 ਵਸਤੂਆਂ ਸਾਨੂੰ ਦਿੱਤੀਆਂ ਸੀ, ਉਹਦੇ ਨਿਮਿਤ ਅਸੀਂ ਇੱਕ ਵੀ ਕੱਢਣ ਲਈ ਤਿਆਰ ਨਹੀਂ। ਲੋੜਵੰਦਾਂ ਲਈ ਇੱਕ ਵੀ ਵਸਤੂ ਅਸੀਂ ਕੱਢਣ ਲਈ ਤਿਆਰ ਨਹੀਂ। ਤੇ ਮੰਨ ਲਓ 9 ਚੋਂ ਇੱਕ ਹੀ ਜਾਣੀ ਸੀ, 10ਵਾਂ ਹੀ ਜਾਣਾ ਸੀ, 9 ਕੋਲ ਰਹਿ ਗਈਆਂ, 10ਵਾਂ ਹਿੱਸਾ ਚਲਿਆ ਗਿਆ। ਦੇਣ ਵਾਲਾ 10 ਦੀਆਂ 10 ਵਸਤੂਆਂ ਉਹ ਸੀ, ਤੇ ਮੰਨ ਲਵੋ 10 ਹੀ ਖੋਹ ਲਵੇ ਤੇ ਫਿਰ ਉਹਦਾ ਕੀ ਵਿਗਾੜ ਲਓਗੇ। ਸਾਫ ਜਿਹੇ ਬੋਲ ਨੇ, 10 ਵਸਤੂ ਲੈ ਪਾਸ਼ੈ ਪਾਵੈ, 10 ਵਸਤੂ ਲੈ ਪਾਸ਼ੈ ਪਾਵੈ, ਏਕ ਬਸਤ ਕਾਰਨ ਬਿਖੋਟ ਗਵਾਵੈ, ਏਕ ਭੀ ਨਾ ਦੇ, 10 ਭੀ ਫਿਰ ਲੈ, ਤੋ ਮੂੜਾ ਕਹੋ ਕਹਾ ਕਰੇ, ਫਿਰ ਕੀ ਕਰੇਗਾ ਕਹਿੰਦੇ। ਸੋ ਦਸਵੰਧ ਕੱਢਣਾ ਜ਼ਰੂਰੀ ਹੈ। ਸਾਫ਼ ਕਿਹਾ ਪਾਤਸ਼ਾਹ ਨੇ, ਜੋ ਬਾਬੇ ਕੇ ਦਾਮ ਨਾ ਦੈ ਹੈ, ਤਿਨ ਕੋ ਗਹਿ ਬਾਬਰ ਕੇ ਲੈ ਹੈ। ਯਾਦ ਰੱਖਿਓ, ਭਾਈ ਮੱਖਣ ਸ਼ਾਹ ਲੁਬਾਣੇ ਦਾ ਜਹਾਜ਼ ਡੁੱਬਦਾ ਸੀ, ਦਸਵੰਧ ਵਾਲਾ ਤਰ ਜਾਂਦਾ ਹੈ, ਤੇ ਬਾਬਾ ਮੱਖਣ ਸ਼ਾਹ ਤਰਲਾ ਲੈਂਦਾ ਨਾਨਕ ਨਿਰੰਕਾਰੀ ਨੂੰ ਚੇਤੇ ਕਰਕੇ, ਆਖਣ ਲੱਗਾ 10ਵਾਂ ਹਿੱਸਾ ਲੋੜਵੰਦਾਂ ਲਈ ਹੈ, ਗੁਰੂ ਕੀ ਗੋਲਕ ਲਈ ਹੈ, ਤੇ ਕਿਰਪਾ ਕਰ, ਕਿਰਪਾ ਕਰ, ਜਹਾਜ਼ ਬੰਨੇ ਲਾ ਦੇ। ਤੇ ਇਤਿਹਾਸ ਗਵਾਹ ਹੈ, ਗੁਰੂ ਤੇਗ ਬਹਾਦਰ ਸਾਹਿਬ ਨੇ ਮੋਢਾ ਲਾ ਕੇ ਜਹਾਜ਼ ਬੰਨੇ ਲਾਇਆ ਸੀ। ਦਸਵੰਧ ਕੱਢਣ ਵਾਲੇ ਨੂੰ ਡੁੱਬਣੋਂ ਬਚਾ ਲੈਂਦਾ ਹੈ। ਬਾਣੀ ਦਾ ਫਰਮਾਨ ਹੈ, ਕਿਤ ਮੁਖ ਗੁਰਸਾ ਲਾਹੀਐ, ਕਰਨ ਕਾਰਨ ਸਮਰੱਥ, ਗੁਰੂ ਜੋ ਚਾਹੇ ਕਰ ਸਕਦਾ ਹੈ, ਡੁੱਬਦਿਆਂ ਨੂੰ ਬੰਨੇ ਲਾ ਦਿੰਦਾ ਹੈ। ਖਜ਼ਾਨੇ ਭਰਪੂਰ ਰਹੇ, ਬਾਬਾ ਮੱਖਣ ਸ਼ਾਹ ਲੁਬਾਣੇ ਦੇ ਦਸਵੰਧ ਕੱਢਦਾ ਸੀ, ਔਰ ਲੋੜਵੰਦਾਂ ਦਾ ਹੀ ਕੰਮ ਆਉਣਾ ਹੈ। ਕਈ ਕਹਿ ਦਿੰਦੇ ਜੀ ਗੁਰੂ ਕੀ ਗੋਲਕ ਪ੍ਰਬੰਧਕ ਖਾ ਜਾਂਦੇ ਨੇ। ਯਾਦ ਰੱਖਿਓ,
ਤੂੰ ਆਪਣੀ ਕਿਰਤ ਚੋਂ ਦਸਵੰਧ ਕੱਢਿਆ ਹੈ, ਲੋੜਵੰਦਾਂ ਲਈ ਕੱਢਿਆ ਹੈ। ਜਿਹੜਾ ਗੋਲਕ ਦੀ ਦੁਰਵਰਤੋਂ ਕਰੇਗਾ ਉਹਨੂੰ ਬਾਬਾ ਨਾਨਕ ਸਾਂਭੇਗਾ। ਤੇਰਾ ਫਰਜ਼ ਆਪਣੀ ਕਮਾਈ ਚੋਂ ਦਸਵੰਧ ਕੱਢਣਾ ਹੈ। ਗਰੀਬ ਗੁਰਬੇ ਦਾ ਤਨ ਢੱਕਣਾ ਹੈ, ਭੋਜਨ ਨਾਲ ਆਂਦਰਾਂ ਢੱਕਣੀਆਂ ਨੇ। ਯਾਦ ਰੱਖਿਓ, ਕਰਨੀ ਦਾ ਹਿਸਾਬ ਗੁਰੂ ਨਾਨਕ ਨੇ ਕਰਨਾ ਹੈ, ਤੇ ਜਿਹਦੀ ਮੰਦੀ ਕਰਨੀ ਹੋਈ ਉਹਦੇ ਤੋਂ ਦੂਰ ਹੋਵੇਗਾ 84 ਦੇ ਗੇੜ ਵਿੱਚ। ਜਿਹਦੀ ਚੰਗੀ ਕਰਨੀ ਹੋਈ ਨਾਨਕ ਨਿਰੰਕਾਰੀ ਉਹਨੂੰ ਸੀਨੇ ਨਾਲ ਲਾ ਲਵੇਗਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕੋਈ ਨੇੜੇ ਆ, ਕਰਤੂਤ ਵਿਗੜ ਗਈ ਦੂਰ। ਕਰਮ ਚੰਗਾ ਸੀ ਤੇ ਨੇੜੇ ਹੈ। ਦੀਨ ਦੁਨੀਆ ਦੇ ਮਾਲਕ ਕਹਿੰਦੇ ਦਸਵੰਧ ਕੱਢਿਆ ਕਰ। ਫਿਰ ਧਿਆਨ ਦਿਓ, ਖੂਹ ਚੋਂ ਜਲ ਵਰਤਦੇ ਰਹੋ ਤੇ ਮੁੱਕਦਾ ਨਹੀਂ ਹੈ, ਪ੍ਰਫੁੱਲਤ ਰਹਿੰਦਾ ਹੈ, ਖੁਸ਼ਬੂਈਆਂ ਆਉਂਦੀਆਂ ਨੇ, ਸਵੱਛ ਰਹਿੰਦਾ ਹੈ। ਪਾਣੀ ਕੱਢਣਾ ਛੱਡ ਦਿਓ ਤੇ ਪਾਸ ਮਾਰਨ ਲੱਗ ਜਾਂਦਾ ਹੈ। ਇਹ ਜਮਾਂ ਹੀ ਰਹਿ ਜਾਂਦੇ ਹੁੰਦੇ ਕਈ ਵਾਰ ਬੈਂਕ ਵਿੱਚ, ਤੇ ਬਾਪੂ ਮੰਜੇ ਤੇ ਪਿਆ ਰਹਿ ਜਾਂਦਾ ਹੁੰਦਾ ਹੈ। ਗੁਰੂ ਦਾ ਫਰਮਾਨ ਹੈ, ਦਸਵੰਧ ਕੱਢਿਆ ਕਰ, ਲੋੜਵੰਦ ਦੀ ਮਦਦ ਕਰਿਆ ਕਰ। ਤੀਸਰਾ ਉਪਦੇਸ਼ ਦੀਨ ਦੁਨੀਆ ਦੇ ਮਾਲਕ ਕਰਦੇ ਨੇ, ਕੰਠ ਕਰਨੀ ਗੁਰਬਾਣੀ। ਗੁਰਬਾਣੀ ਨੂੰ ਕੰਠ ਕਰਨਾ ਹੈ। ਵੇਖੋ, ਇੱਕ ਧਨਾੜ ਬੰਦਾ ਵਿਦੇਸ਼ ਚਲਿਆ ਜਾਵੇ, ਰਹਿਣ ਵਸੇਬੇ ਲਈ ਹੋਟਲ ਦੇ ਅੱਗੇ ਖਲੋਤਾ ਹੈ, ਰਿਸੈਪਸ਼ਨ ਤੇ ਚਲਿਆ ਜਾਂਦਾ ਹੈ, ਤੇ ਜਾ ਕੇ ਉੱਥੇ ਇਹ ਗੱਲ ਆਖੇ ਵੀ ਮੈਂ ਕਰੋੜਾਂ ਪਤੀ, ਮੈਂ ਅਰਬਾਂ ਪਤੀ, ਮੇਰੇ ਬੈਂਕ ਖਾਤੇ ਭਰੇ ਹੋਏ ਨੇ ਤੇ ਮੈਨੂੰ ਰਾਤ ਰਹਿਣ ਲਈ ਇੱਕ ਕਮਰਾ ਦੇ ਦਿਓ। ਤੇ ਉਹ ਜਿਹੜੇ ਨੌਕਰ ਚਾਕਰ ਨੇ ਹੋਟਲ ਚਲਾਉਣ ਵਾਲੇ, ਉਹ ਆਖਣਗੇ ਭਾਈ ਜੇ ਰਾਤ ਕੱਟਣੀ ਹੈ ਤੇ ਜੇਬ ਢਿੱਲੀ ਕਰ, ਦੱਸ ਤੇਰੇ ਕੋਲ ਕਿੰਨੇ ਪੈਸੇ ਨੇ। ਸਾਨੂੰ ਨਹੀਂ ਲੇਖਾ ਜੋਖਾ ਤੇਰੇ ਬੈਂਕ ਖਾਤਿਆਂ ਦਾ, ਨਾ ਕੋਈ ਲੈਣਾ ਦੇਣਾ। ਤੂੰ ਕਰੋੜਾਂ ਪਤੀ ਹੈ, ਤੂੰ ਲੱਖ ਪਤੀ ਹੈ ਕਿ ਕੱਖ ਪਤੀ ਹੈ, ਜੇਬ ਵਿੱਚ ਕੀ ਹੈ ਉਹ ਗੱਲ ਕਰ ਤੂੰ। ਮਾਇਆ ਉਹੀ ਕੰਮ ਆਉਂਦੀ ਹੈ ਜਿਹੜੀ ਕੋਲ ਹੈ। ਬੈਂਕਾਂ ਬੁੰਕਾਂ ਵਾਲੀ ਦਾ ਤੇ ਕਈ ਵਾਰ ਪਤਾ ਹੀ ਨਹੀਂ ਚੱਲਦਾ, ਉੱਥੇ ਹੀ ਰਹਿ ਜਾਂਦੀ ਹੈ। ਸਿਆਣਿਆਂ ਨੇ ਇੱਕ ਕਹਾਵਤ ਬਣਾਈ ਉੱਥੇ, ਕਹਿੰਦੇ ਮਾਇਆ ਉਹੀ ਆਪਣੀ ਹੈ ਜਿਹੜੀ ਕੋਲ ਹੈ, ਜਿਹੜੀ ਦੱਬੀ ਹੋਈ ਹੈ ਉਹਦਾ ਕੀ ਪਤਾ ਉਹਦਾ ਹੱਕਦਾਰ ਕੌਣ ਬਣੇਗਾ। ਇਸ ਗੱਲ ਦਾ ਖਿਆਲ ਰੱਖਿਓ, ਪੈਸੇ ਉਹੀ ਆਪਣੇ ਨੇ ਜਿਹੜੇ ਮੌਕੇ ਤੇ ਕੰਮ ਆ ਗਏ, ਜਿਹੜੇ ਜੇਬ ਵਿੱਚ ਨੇ। ਔਰ ਵਿਦਵਾਨ ਪੁਰਸ਼ਾਂ ਨੇ ਕਹਾਵਤ ਬਣਾ ਦਿੱਤੀ, ਸਿਆਣਿਆਂ ਨੇ, ਕਹਿੰਦੇ ਪੈਸਾ ਗੰਢ, ਪੈਸਾ ਗੰਢ ਤੇ ਬਾਣੀ ਕੰਠ। ਜਿਹੜਾ ਗੰਢ ਵਿੱਚ ਹੈ, ਜਿਹੜਾ ਕੋਲ ਹੈ, ਜਿਹੜਾ ਹੱਥ ਵਿੱਚ ਹੈ, ਉਹੀ ਪੈਸਾ ਸੰਭਲਾ ਹੈ। ਬਾਣੀ ਜਿਹੜੀ ਕੰਠ ਹੈ ਨਾ, ਉਹ ਹਰ ਵੇਲੇ ਸਿੱਖ ਦੇ ਕੰਮ ਆਉਣ ਵਾਲੀ ਹੈ। ਇਸ ਗੱਲ ਦਾ ਖਿਆਲ ਰੱਖਿਓ। ਠੀਕ ਹੈ, ਤੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪਾਠ ਕਰ ਸਕਦਾ ਹੈ, 18 10 20 ਪਾਠ ਕਰ ਲੈਣਾ, ਸ਼ੁੱਧ ਪਾਠ ਕਰ ਲੈਣਾ ਹੈ। ਹੁਣ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਹਰ ਜਗ੍ਹਾ ਤੇ ਤੂੰ ਨਾਲ ਲਿਜਾ ਨਹੀਂ ਸਕਦਾ। ਮੰਨ ਲਓ ਕੋਈ ਬੰਦਾ ਜੌਬ ਤੇ ਹੈ, ਵੈਸੇ ਤੇ ਵੇਖੋ ਬਾਣੀ ਸਹਿਜ ਨਾਲ ਪੜ੍ਹਨੀ, ਕਿਰਤ ਕਰਨਾ ਇੱਕ ਵੱਖਰਾ ਵਿਸ਼ਾ ਹੈ, ਕਿਰਤ ਕਰਦਿਆਂ ਰੱਬ ਨੂੰ ਚੇਤੇ ਰੱਖਣਾ ਇਹ ਵੱਖਰਾ ਵਿਸ਼ਾ ਹੈ। ਪਰ ਸਾਡੇ ਲਈ ਨਿਤਨੇਮ ਜ਼ਰੂਰੀ ਹੈ। ਦਿਨ ਦੀ ਆਰੰਭਤਾ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਤੋਂ ਕਰਨੀ ਪਵੇਗੀ। ਅਗਲੇ ਬਚਨਾਂ ਵਿੱਚ ਗੁਰੂ ਗੋਬਿੰਦ ਸਿੰਘ ਇਹ ਵੀ ਹੁਕਮ ਕਰਨਗੇ, ਅੰਮ੍ਰਿਤ ਵੇਲਾ ਜ਼ਰੂਰੀ ਹੈ, ਅੱਗੇ ਬਚਨ ਆਵੇਗਾ। ਮੰਨ ਲਓ ਦੇਵਨੇਤ ਕੋਈ ਐਸੀ ਹੋ ਜਾਵੇ ਵੀ ਬੰਦਾ ਸਬਰ ਵਿੱਚ ਸੀ, ਨਿਤਨੇਮ ਦਾ ਟਾਈਮ ਹੋ ਗਿਆ, ਇਸ਼ਨਾਨ ਕਰਨ ਨੂੰ ਪਾਣੀ ਨਹੀਂ ਹੈ, ਤੇ ਗੰਦੇ ਮੰਦੇ ਹੱਥਾਂ ਨਾਲ ਹੁਣ ਨਾ ਤੇ ਗੁੜਕਾ ਸਾਹਿਬ ਹੀ ਫੜ ਸਕਦਾ ਹੈ, ਔਰ ਰੱਬ ਕਰੇ ਸਬਰ ਦੇ ਵਿੱਚ ਤੁਹਾਡੇ ਕੋਲ ਗੁੜਕਾ ਸਾਹਿਬ ਵੀ ਨਹੀਂ ਹੈ, ਤੇ ਤੁਹਾਡਾ ਜੀਵਨ ਕਾਲ ਦਾ ਨੇਮ ਅੱਜ ਟੁੱਟ ਜਾਵੇਗਾ। ਤੇ ਜੇ ਬਾਣੀ ਹੋਈ ਕੰਠ, ਜਪਜੀ ਜਾਪ ਸਵਈਏ ਚੌਪੀ ਆਨੰਦ ਹੋਇਆ ਕੰਠ, ਤੇ ਤੁਹਾਡਾ ਨੇਮ ਨਹੀਂ ਟੁੱਟੇਗਾ। ਤਨ ਭਾਵੇਂ ਸਵੱਛ ਨਹੀਂ ਸੀ, ਮਨ ਤੁਹਾਡਾ ਸਵੱਛ ਹੀ ਰਹੇਗਾ, ਕਿਉਂਕਿ ਬਾਣੀ ਪੜ੍ਹ ਲਈ ਹੈ ਤੁਸੀਂ। ਬਾਣੀ ਦੀ ਸ਼ੋਭਾ ਬੜੀ ਹੈ, ਤੇ ਜਿਹੜੀ ਸਵਾਸਾਂ ਦੇ ਧਾਗੇ ਵਿੱਚ ਪਰੋਈ ਗਈ ਤੁਹਾਨੂੰ ਜਿਹੜੀ ਕੰਠ ਹੈ, ਉਹ ਹਰ ਸਮੇਂ ਤੁਹਾਡਾ ਮਾਰਗ ਦਰਸ਼ਨ ਕਰੇਗੀ, ਹਰ ਸਮੇਂ ਤੁਹਾਡੇ ਕਾਰੇ ਆਵੇਗੀ, ਤੁਹਾਡਾ ਜੀਵਨ ਸੌਰ ਜਾਵੇਗਾ। ਯਾਦ ਰੱਖਿਓ,
ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਕਹਿੰਦੇ ਕੰਠ ਕਰਨੀ ਹੈ ਗੁਰਬਾਣੀ। ਕੋਈ ਡਿਊਟੀ ਤੇ ਹੈ, ਕੋਈ ਜੌਬ ਤੇ ਹੈ, ਕੋਈ ਸਬਰ ਵਿੱਚ ਹੈ, ਕੰਠ ਬਾਣੀ ਜਿਸ ਨੂੰ ਯਾਦ ਹੈ, ਗਲੂਏ ਮੁਬਾਰਕ ਵਿੱਚ ਸਵਾਸਾਂ ਵਿੱਚ ਜਿਸ ਦੇ ਬਾਣੀ ਸਮਾਈ ਹੈ, ਜੋ ਕੰਠ ਦਾ ਹਾਰ ਹੈ ਬਾਣੀ, ਉਹ ਹਰ ਸਮੇਂ ਤੁਹਾਡੇ ਕਾਰੇ ਆ ਸਕਦੀ ਹੈ, ਕੰਮ ਆ ਸਕਦੀ ਹੈ। ਨਾਲੇ ਸਾਫ਼ ਕਿਹਾ, ਕਹਿੰਦੇ ਹੀਰੇ ਜਵਾਹਰਾਤਾਂ ਦੇ ਹਾਰ ਪਾਇਆ ਤੇ ਰੱਬ ਗਲੇ ਨਹੀਂ ਮਿਲਦਾ, ਪਰ ਜੇ ਸਵਾਸਾਂ ਦੀ ਮਾਲਾ ਵਿੱਚ ਪ੍ਰਭੂ ਦਾ ਨਾਮ ਹੋਵੇ, ਕੰਠ ਵਿੱਚ ਬਾਣੀ ਦਾ ਹਾਰ ਹੋਵੇ ਤੇ ਜ਼ਰੂਰ ਗਲ ਨਾਲ ਲੱਗ ਜਾਂਦਾ ਹੈ। ਅੰਨ ਦਿਨ ਨਾਨਕ ਨਾਮ ਤੇ ਆਏ, ਧਿਆਨ ਦਿਓ। ਦਿਨ ਰਾਤ ਜਿਹੜੇ ਸਵਾਸਾਂ ਅੰਦਰ ਪਰਮਾਤਮਾ ਦੀ ਕੀਰਤੀ ਦੇ ਮਣਕੇ ਪਰੋਈ ਬੈਠੇ ਨੇ, ਬਾਣੀ ਪਰੋਈ ਬੈਠੇ ਨੇ। ਅੰਨ ਦਿਨ ਨਾਨਕ ਨਾਮ ਤੇ ਆਏ, ਜੀ ਪ੍ਰਾਨ ਕਾ ਦਾਤਾ। ਦਿਨ ਰਾਤ ਜਿਨ੍ਹਾਂ ਨਾਮ ਤੇ ਆਇਆ, ਜਿਨ੍ਹਾਂ ਬਾਣੀ ਕੰਠ ਕਰ ਲਈ, ਆਪਣੇ ਦਾਸ ਕਉ ਕੰਠ ਲਾਏ ਰਾਖੈ, ਜਿਉ ਬਾਰਕ ਪਿੱਤ ਮਾਤਾ। ਉਹਨਾਂ ਨੂੰ ਗਲੇ ਲਾ ਲਿਆ, ਜਿਨ੍ਹਾਂ ਨੇ ਬਾਣੀ ਨੂੰ ਗਲੇ ਲਾਇਆ। ਗੁਰੂ ਨਾਨਕ ਨਿਰੰਕਾਰੀ ਅਕਾਲ ਪੁਰਖ ਨੇ ਉਹਨਾਂ ਨੂੰ ਗਲੇ ਲਾ ਲਿਆ। ਜਿਨ੍ਹੇ ਬਾਣੀ ਨੂੰ ਸਵਾਸਾਂ ਦੇ ਧਾਗੇ ਵਿੱਚ ਪਰੋ ਲਿਆ, ਕੰਠ ਵਿੱਚ ਵਸਾ ਲਿਆ, ਦਿਨ ਰਾਤ ਜਪਿਆ, ਉਹਨਾਂ ਨੂੰ ਗੁਰੂ ਨਾਨਕ ਸੀਨੇ ਨਾਲ ਲਾ ਲੈਂਦਾ ਹੈ। ਕਹਿੰਦੇ ਜਿਨ੍ਹਾਂ ਦੀ ਕੰਠੀ ਮਾਲਾ ਹੈ ਨਾ, ਬਾਣੀ ਦੀ ਮਾਲਾ ਹੈ, ਜਿਨ੍ਹਾਂ ਦੇ ਗਲੇ ਤੇ ਗੁਰੂ ਨਾਨਕ ਨਿਰੰਕਾਰੀ ਦੇ ਬਚਨਾਂ ਦੀ ਜੰਜੀਰ ਹੈ, ਉਹਨਾਂ ਨੂੰ ਜਮਾਂ ਦੀ ਜੰਜੀਰ ਪੋ ਨਹੀਂ ਸਕਦੀ, ਉਹਨਾਂ ਨੂੰ ਦੁੱਖਾਂ ਦੀ ਜੰਜੀਰ ਜਕੜ ਨਹੀਂ ਸਕਦੀ। ਕੰਠ ਰਮਣੀਐ ਰਾਮ ਰਾਮ ਮਾਲਾ, ਹਸਤ ਊਚ ਪ੍ਰੇਮ ਧਰਣੀ। ਜਿਨ੍ਹਾਂ ਦੇ ਕੰਠ ਵਿੱਚ ਨਾਮ ਦੀ ਮਾਲਾ ਹੈ, ਜਿਹੀ ਬਣ ਜੋ ਉੱਤਮ ਸ਼ਲੋਕ ਉਦਰਣੰ ਨੈਣ ਨੰਦਨੀ। ਬਾਣੀ ਦੇ ਫਰਮਾਨ ਹੈ, ਤੇਰਾ ਉਧਾਰ ਹੋ ਜਾਵੇਗਾ। ਬਾਣੀ ਦੀ ਮਾਲਾ ਬਣਾ ਲੈ, ਸਵਾਸਾਂ ਦੇ ਧਾਗੇ ਵਿੱਚ ਬਾਣੀ ਪਰੋ ਲੈ, ਤੇਰਾ ਉਧਾਰ ਹੋ ਜਾਵੇਗਾ, ਜਨਮ ਮਰਨ ਕੱਟਿਆ ਜਾਵੇਗਾ, ਤੇਰੇ ਹਰ ਸਮੇਂ ਕਾਰੇ ਆ ਜਾਵੇਗੀ ਬਾਣੀ ਜਿਹੜੀ ਕੰਠ ਹੈ। ਇਸ ਕਰਕੇ ਵੱਧ ਤੋਂ ਵੱਧ ਬਾਣੀ ਕੰਠ ਕਰਨੀ ਹੈ, ਯਾਦ ਰੱਖਣੀ ਹੈ, ਔਰ ਹਰ ਸਮੇਂ ਪੜ੍ਹਦਿਆਂ ਰਹਿਣਾ ਹੈ। ਇਹ ਯਤਨ ਚਾਹੀਦਾ ਹੈ। ਚੌਥਾ ਹੁਕਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਹੈ, ਜਾਗਣਾ ਅੰਮ੍ਰਿਤ ਵੇਲੇ, ਨਹੰ ਸਪੁੱਤੰ ਸਿੱਖ ਸੋਤ ਸਵੇਰੇ। ਕਹਿੰਦੇ ਨਹ ਸਪੁੱਤ ਹੈ, ਸਿੱਖ ਸੋਤ ਸਵੇਰੇ। ਇੱਥੇ ਅੰਮ੍ਰਿਤ ਵੇਲੇ ਦਾ ਉਪਦੇਸ਼ ਹੈ। ਬਾਣੀ ਕੰਠ ਕਰਨੀ ਹੈ। ਪੜ੍ਹਨੀ ਕਦੋਂ ਹੈ? ਹੁਣ ਧਿਆਨ ਦਿਓ। ਇਨਸਾਨ ਦੀ ਦੁਨੀਆ ਦੇ ਉੱਤੇ ਫਿਤਰਤ ਐਸੀ ਹੈ, ਇਹ ਦਲਿੱਦਰ ਵਿੱਚ ਜਕੜਿਆ ਰਹਿੰਦਾ ਹੈ, ਉਦਮ ਤੋਂ ਦੂਰ ਦੌੜਦਾ ਹੈ। ਗੁਰੂ ਪਾਤਸ਼ਾਹ ਕਹਿੰਦੇ ਉਦਮ ਕਰ, ਉਦਮ ਕਰਕੇ ਜਾਗ ਸਕਦੇ ਆ, ਨਹੀਂ ਤੇ ਰਜਾਈ ਨਹੀਂ ਖਹਿੜਾ ਛੱਡਦੀ, ਦਲਿੱਦਰ ਨਹੀਂ ਖਹਿੜਾ ਛੱਡਦਾ। ਮਨ ਮਾਰਨਾ ਪੈਂਦਾ, ਉਦਮ ਕਰਨਾ ਪੈਂਦਾ ਅੰਮ੍ਰਿਤ ਵੇਲੇ ਉੱਠਣ ਦੇ ਲਈ। ਵਾਹਿਗੁਰੂ ਜੀ ਦੀ ਕਿਰਪਾ ਨਾਲ 84 ਦੇ ਗੇੜ ਤੋਂ ਬਾਅਦ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਅਪਾਰ ਕਿਰਪਾ ਹੋਈ, ਮਨੁੱਖਾ ਜਾਮਾ ਮਿਲਿਆ। ਔਰ ਇਸ ਮਨੁੱਖੇ ਜਾਮੇ ਅੰਦਰ ਸਾਡਾ ਸਰਵੋਤਮ ਲਕਸ਼ ਹੈ ਮੋਕਸ਼, ਮੁਕਤੀ। 84 ਦਾ ਗੇੜ ਸਦਾ ਲਈ ਕੱਟਿਆ ਜਾਵੇ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਨਾਨਕ ਨਿਰੰਕਾਰੀ ਅਕਾਲ ਪੁਰਖ ਦੇ ਚਰਨਾਂ ਵਿੱਚ ਜਗ੍ਹਾ ਮਿਲ ਜਾਵੇ, 84 ਦਾ ਗੇੜ ਮੁੱਕ ਜਾਵੇ। ਮਹਾਰਾਜ ਕਹਿੰਦੇ ਨੇ, ਜੇ ਮੋਕਸ਼ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਅੰਮ੍ਰਿਤ ਵੇਲੇ ਤੋਂ ਹੀ, ਪ੍ਰਭਾਤ ਤੋਂ ਹੀ ਉਹਦਾ ਨਾਮ ਜਪਣਾ ਸ਼ੁਰੂ ਕਰ ਦੇ, ਉਹਦੇ ਤਰਲੇ ਲਿਆ ਕਰ, ਉਹਨੂੰ ਯਾਦ ਕਰਿਆ ਕਰ, ਫਿਰ ਤੈਨੂੰ ਉਹ ਆਪਣੇ ਚਰਨਾਂ ਵਿੱਚ ਵਾਸਾ ਦੇ ਦੇਵੇਗਾ। ਜਿਹਦੇ ਨਾਲ ਪ੍ਰੇਮ ਹੋਵੇ ਨਾ, ਉਹ ਆਣ ਕੇ ਮਿਲ ਹੀ ਪੈਂਦਾ ਹੈ, ਉਹ ਹਿਰਦੇ ਵਿੱਚ ਜਗ੍ਹਾ ਦੇ ਹੀ ਦਿੰਦਾ ਹੈ। ਤੇ ਜਦੋਂ ਪ੍ਰੇਮ ਹੀ ਨਹੀਂ, ਜਦੋਂ ਗਾਉਂਦੇ ਹੀ ਨਹੀਂ, ਜਦੋਂ ਯਾਦ ਹੀ ਨਹੀਂ ਕਰਦੇ, ਤੇ ਸਾਨੂੰ ਉਹ ਜਗ੍ਹਾ ਕਿੱਥੇ ਦੇਵੇਗਾ ਦੱਸੋ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਉੱਠ। ਗੁਰੂ ਗ੍ਰੰਥ ਸਾਹਿਬ ਦੇ ਪਾਕ ਬੋਲ ਨੇ, ਨਾਉ ਪ੍ਰਭਾਤੈ ਸ਼ਬਦ ਧਿਆਈਐ। ਇਹ ਠੀਕ ਹੈ, ਅੰਮ੍ਰਿਤ ਵੇਲਾ ਸੱਚ ਨਾਉ। ਜਦੋਂ ਵੀ ਤੁਸੀਂ ਗੁਰਬਾਣੀ ਪੜ੍ਹੋਗੇ, ਹਰ ਉਹ ਵੇਲਾ ਅੰਮ੍ਰਿਤ ਹੋ ਜਾਵੇਗਾ।
पर कई बार इस पंक्ति के अर्थ करदियां मनमतिया बंदा इधर नूं चल पैंदा भी भावें कोई भी वेला है बाणी पढ़ो जदों अमृत हो जाना तो फिर 3-4 बजे अलार्म ला के उठण दी की लोड़ है। ध्यान दई, ये ठीक है, हर वो वेला अमृत है जदों बाणी पढ़ेगा। अमृत वेला सच ना वडियाई विचार, पर प्रभात दा खास जिक्र है। नाओ प्रभाता है, प्रभात तड़के नूं किया, नाओ प्रभाता शब्द ध्याइया छोड़ो दुनी प्रीता। औखा है दुनिया दी प्रीति छड्ड के प्रभात वेले उठना, अमृत वेले उठना, पर कहंदे करना पवेगा। प्रणमत नानक दासन दासा जग हारिया तिन जीता। जेड़ा दुनिया दी प्रीति छड्ड के अमृत वेले नानक निरंकारी दी प्रीति करेगा, जग हारिया तिन जीता। दुनिया हार गई, मनुखा जामा व्यर्थ गया, ते ओ गुरमुख जित गया जामे नूं जिन्हें अमृत वेला सांभ लिया। एडी महिमा है, ये सिੱਖੀ दा नेम है, साफ लिखिया है सिੱਖੀ दा नेम गुरु ग्रंथ साहिब दे विच। उठ इशनान करहो प्रभाते सोए हर आराधे। अमृत वेले उठ, प्रभाते उठ, इशनान कर, ते फिर गुरु नानक निरंकारी नूं चेते कर। नानक निरंकारी दे गुण गा। राइज इन द अर्ली आवर्स इन द मॉर्निंग, तड़के जे उठ, प्रभाते उठ, अमृत वेले उठ, गुरु नानक निरंकारी नूं चेते कर। कहंदे जीवन विच भावें तेरे किन्ने भी विघन होए, बिखड़े दाओ लंघाए मेरा सतगुर। अमृत वेले उठण वालियां दा जीवन कैसा है, किवें जीवन उन्हां दा गुजरदा है। कहंदे बिखड़े दाओ लंघावै मेरा सतगुर, सुख सहज सेती कर जाते। उन्हां दे जीवन चों विघन कटे गए, दुख कटे गए, बिखड़े पैड़े सुखाले कर दिते जिन्हां ने प्रभाते उठ के इशनान करके अमृत वेला सांभिया, बाणी पढ़ी है। ठीक है, हर वेले नूं ही अमृत बना, पर शुरू प्रभात तो कर, शुरू तड़के तो कर। अमृत वेले उठण वालियां दे बिखड़े पैंडे भी सुखाले कर दिंदे ने गुरु पातशाह। फरीद जी ने तो सीधा कह दिता, साधा नूं किसे दा डर नहीं हुंदा। हजे अपने वर्गे अर्थ करन लगे झक जांदे ने, बाणी ते सीधी चोट करदी है। बाबा फरीद ते सीधा ही चल पए। वो महापुरुष कहंदे भी जेड़ा अमृत वेले उठिया नहीं वो ते जींदा ही मोया होया है। उहनूं मुर्दा कहा, फरीदा पिछल रात ना जागे ओहे, जीवंदड़ो मोयो है। कहंदे जेड़े जागे नहीं, जिन्हां अमृत वेला सांभिया ही नहीं, वो जिउंदे ही मोए होए ने, उन्हां दा जीवन व्यर्थ है। जे तै रब विसारिया तां रब ना विसरियो। याद रखियो, गुरु ग्रंथ साहिब विच सिख दी डेफिनेशन भी कुछ ऐसी है। जदों तुसीं रोज पढ़दे हो ना, गुर सतगुर काजो सिख खाए सो भलके, उठ हर नाम ते आवे, उदम करे भलके प्रभाती, स्नान करे अमृतसर नावे, फिर चढ़ा दिवस गुरबाणी गावे, बहदियां उठदियां हर नाम ते आवे। सिख दी डेफिनेशन है तड़के उठना पवेगा, प्रभाते नाम ते आउणा पवेगा, हर सवास नाल जपना पवेगा, ते उहदे तो बाद उठदियां बहदियां हर नाम ते आवे। ये सिख दी डेफिनेशन है। ये 52 हुक्म ही जदों ध्यान नाल पढ़ोगे समझ आवेगी भी इन्हां दी जड़ गुरु ग्रंथ साहिब विच है। हर हुक्म दे परथाए बोल तुहानूं गुरु ग्रंथ साहिब दी बाणी विच मिल पैणगे। जिहड़ा 5वां वचन है, दीन दुनिया दे मालक गुरु गोबिंद सिंह कहंदे ने, सेवा रुच नाल सिख सेवक दी करनी। देखो, मानवता दी सेवा सफली है, मनुखता दी सेवा सफली है, लोड़वंद दी सेवा सफली है, ते सिख सेवक दी कीती हुई सेवा दा आम नालों भी वधेरे फल है। ध्यान रखियो इस गल दा। सिख कौन है? सो सिख सखा बंदप है भाई, जे गुर के पाणे विच आवे। सेवक कौन है? ठाकुर का सेवक आग्याकारी। महाराज कहंदे सेवा रुच नाल सिख सेवक दी करनी। साधुआं सतपुरुषां दी जेड़े सेवा नहीं ना करदे, सिख सेवकां दी, गुरु दे हुक्म विच चलण वालियां दी जेड़े सेवा नहीं करदे, कबीर जी ने बड़ा कठोर बचन कहा है। कबीर
ਜਾਂ ਘਰ ਸਾਧਨਾ ਸੇਵੀਐ ਹਰ ਕੀ ਸੇਵਾ, ਨਾਹੇ ਤੇ ਕਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹੇ। ਕਹਿੰਦੇ ਜਿੱਥੇ ਸਾਧੂ ਸਤਪੁਰਸ਼ ਦੀ, ਲੋੜਵੰਦ ਦੀ, ਗਰੀਬ ਗੁਰਬੇ ਦੀ ਤੂੰ ਸੇਵਾ ਨਹੀਂ ਨਾ ਕਰਦਾ, ਉਹ ਘਰ ਨਹੀਂ ਹੈ। ਜਿੱਥੇ ਸਤਪੁਰਸ਼ ਦੀ ਸੇਵਾ ਨਹੀਂ ਹੈ ਉਹ ਤੇ ਕਹਿੰਦੇ ਕਬਰਸਤਾਨ ਹੈ, ਉਹਦੇ ਭੂਤ ਖਾਨਾ ਹੈ। ਉਹ ਬੰਦਾ ਥੋੜਾ ਹੈ ਜਿਹੜਾ ਸਤਪੁਰਸ਼ ਦੀ ਸੇਵਾ ਨਾ ਕਰੇ, ਉਹਦੇ ਕਹਿੰਦੇ ਭੂਤ ਹੈ। ਇਹ ਕਬੀਰ ਜੀ ਦੇ ਬੋਲ ਨੇ। ਔਰ ਨਾਲ ਧਿਆਨ ਦਿਓ, ਕਹਿੰਦੇ ਰੁਚੀ ਨਾਲ ਸੇਵਾ ਕਰਨੀ ਹੈ, ਪ੍ਰੀਤੀ ਨਾਲ ਸੇਵਾ ਕਰਨੀ ਹੈ। ਮੱਧਾ ਚੱਟੀ ਦੀ ਸੇਵਾ ਨਹੀਂ ਕਰਨੀ, ਵਿਖਾਵੇ ਲਈ ਸੇਵਾ ਨਹੀਂ ਕਰਨੀ, ਗਲੋਂ ਲਾਉਣ ਲਈ ਸੇਵਾ ਨਹੀਂ ਕਰਨੀ। ਪ੍ਰੀਤੀ ਨਾਲ, ਪ੍ਰੇਮ ਨਾਲ, ਭਾਵਨਾ ਦੇ ਨਾਲ ਸੇਵਾ ਕਰਨੀ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਸਾਹਿਬ ਕਹਿੰਦੇ ਆ, ਜਦੋਂ ਕੋਈ ਸਿੱਖ ਸੇਵਕ ਹੋਵੇ ਤੇ ਉਹਨੂੰ ਗੁਰੂ ਦਾ ਹੀ ਰੂਪ ਸਮਝ ਕੇ ਉਸ ਦੀ ਸੇਵਾ ਕਰਨੀ ਹੈ। ਸਾਫ਼ ਕਿਹਾ, ਕਹਿੰਦੇ ਸਿੰਘ ਸੋ ਰਹਿਤ ਪੰਚ ਜਿਹੇ ਮਿਲੇ ਮਮ ਸਰੂਪ ਤਹ ਜਾਨੋ ਭਲੇ। ਜਿੱਥੇ ਪੰਜ ਸਿੰਘ ਮਿਲਣ ਸੇਵਾ ਕਰੋ, ਮੇਰਾ ਹੀ ਸਰੂਪ ਸਮਝ ਕੇ ਸੇਵਾ ਕਰੋ ਉਹਨਾਂ ਦੀ। ਜਿੱਥੇ ਗੁਰੂ ਕਾ ਸਿੱਖ ਮਿਲੇ ਉਹਦੀ ਸੇਵਾ ਕਰੋ। ਮਾਨਵਤਾ ਦੀ ਸੇਵਾ ਦੀ ਮਹਿਮਾ ਹੈ, ਗੁਰੂ ਕੇ ਸਿੱਖ ਦੀ ਸੇਵਾ ਦਾ ਮਹਾਤਮ ਹੋਰ ਵੱਧ ਜਾਂਦਾ ਹੈ। ਸਭਨਾਂ ਦੀ, ਲੋੜਵੰਦਾਂ ਦੀ, ਦੀਨ ਦੁਖੀਆਂ ਦੀ ਸੇਵਾ ਕਰੋ, ਸਿੱਖ ਸੇਵਕਾਂ ਦੀ ਸੇਵਾ ਕਰੋ, ਜੀਵਨ ਸਫਲਾ ਹੋ ਜਾਵੇਗਾ। ਇਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੋ ਸਿੱਖ ਸੇਵਕ ਨੂੰ ਅਰਪਣ ਕਰੋਗੇ ਉਹ ਸਾਡੇ ਤੱਕ ਹੀ ਪਹੁੰਚ ਜਾਂਦਾ ਹੈ। ਪਾਤਸ਼ਾਹ ਕਹਿੰਦੇ ਨੇ, ਵੈਸੇ ਵੀ ਬਾਣੀ ਦਾ ਫਰਮਾਨ ਹੈ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਪ੍ਰਭੂ ਮਿਲਦਾ ਹੀ ਉਹਨਾਂ ਨੂੰ ਹੈ ਜਿਹੜੇ ਸੇਵਾ ਕਰਦੇ ਨੇ, ਰੁਚੀ ਨਾਲ ਸੇਵਾ ਕਰਦੇ ਨੇ। ਗੁਰੂ ਨੂੰ ਸੇਵਕਾਂ ਦੀ ਕੀਤੀ ਸੇਵਾ ਬੜੀ ਪਾਉਂਦੀ ਹੈ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੈ। ਉਹਨਾਂ ਨੂੰ ਇਹ ਸੇਵਾ ਕਰਨੀ ਪਾਉਂਦੀ ਹੈ। ਖੈਰ, ਅੱਗੇ ਦੀਨ ਦੁਨੀਆ ਦੇ ਮਾਲਕ ਛੇਵਾਂ ਉਪਦੇਸ਼ ਕਰਦੇ ਨੇ, ਅਰਥ ਗੁਰਬਾਣੀ ਦੇ ਪੜ੍ਹਨੇ ਗੁਰੂ ਘਰ ਦੇ ਵਿਦਵਾਨ ਸਿੱਖਾਂ ਪਾਸੋਂ। ਗੁਰਬਾਣੀ ਦੇ ਅਰਥ ਪੜ੍ਹਨੇ ਨੇ। ਇਸ ਗੱਲ ਦਾ ਖਿਆਲ ਰੱਖਿਓ, ਗੁਰੂ ਘਰ ਆ ਕੇ ਗੁਰਬਾਣੀ ਪਹਿਲਾਂ ਪ੍ਰੀਤੀ ਨਾਲ ਸੁਣਨੀ ਹੈ। ਬਾਣੀ ਗੁਰੂ ਘਰ ਆ ਕੇ ਪ੍ਰੇਮ ਨਾਲ ਸੁਣਨੀ ਹੈ। ਜੋ ਸੁਣੋਗੇ ਉਹੀ ਪੜੋਗੇ ਨਾ, ਫਿਰ ਪੜ੍ਹਨੀ ਹੈ। ਗੁਰਮੁਖਾਂ ਪਿਆਰਿਆਂ ਪਾਸੋਂ ਸੰਥਿਆ ਲੈ ਕੇ ਬਾਣੀ ਦਾ ਸ਼ੁੱਧ ਉਚਾਰਨ ਸਿੱਖਣਾ ਹੈ ਤੇ ਬਾਣੀ ਪੜ੍ਹਨੀ ਹੈ। ਕਿਸੇ ਆਮ ਇਨਸਾਨ ਦਾ ਵੀ ਪੁੱਠਾ ਨਾ ਲਓ ਤੇ ਉਹਨੂੰ ਚੰਗਾ ਨਹੀਂ ਲੱਗਦਾ। ਹੁਣ ਤੁਸੀਂ ਕਿਸੇ ਦਾ ਵੀ ਨਾਮ ਪੁੱਠਾ ਲੈ ਲਓ, ਉਹਨੂੰ ਪਾਉਂਦਾ ਨਹੀਂ ਹੈ। ਇਹ ਗੁਰੂ ਕੇ ਅੰਗ ਨੇ, ਗੁਰੂ ਕੇ ਬੋਲ ਨੇ। ਜਦੋਂ ਲਗਾ ਮਾਤਰਾ ਗਲਤ ਕਰਦੇ ਹੋ ਤੇ ਕੀ ਗੁਰੂ ਨੂੰ ਪਾਉਂਦਾ ਹੋਵੇਗਾ? ਤੇ ਜੇ ਤੁਹਾਡਾ ਕੋਈ ਪੁੱਠਾ ਨਾ ਲਵੇ, ਤੁਹਾਨੂੰ ਚੰਗਾ ਲੱਗਦਾ ਹੈ ਤੇ ਫਿਰ ਤੇ ਮੰਨ ਲਵੋ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਕਹਿੰਦੇ, ਗੁਰਬਾਣੀ ਸ਼ੁੱਧ ਪੜ੍ਹਨੀ ਹੈ, ਅਰਥਾਂ ਸਹਿਤ ਪੜ੍ਹਨੀ ਹੈ। ਧਿਆਨ ਦਿਓ, ਗੁਰੂ ਘਰ ਆ ਕੇ ਬਾਣੀ ਸੁਣੀ। ਗੁਰਮੁਖ ਪਿਆਰੇ, ਗੁਰੂ ਕੇ ਵਜ਼ੀਰਾਂ, ਗ੍ਰੰਥੀ ਸਿੰਘਾਂ ਪਾਸੋਂ, ਗਿਆਨੀਆਂ ਪਾਸੋਂ ਗੁਰਬਾਣੀ ਦੇ ਅਰਥ ਪੜ੍ਹਨੇ ਨੇ। ਸੰਥਿਆ ਲੈਣੀ ਹੈ, ਸ਼ੁੱਧਤਾ ਨਾਲ ਪੜ੍ਹਨਾ ਸਿੱਖਣਾ ਹੈ। ਤੇ ਜਿਹੜਾ ਬਾਣੀ ਨੂੰ ਸੁਣ ਕੇ ਪੜ੍ਹਦਾ ਹੈ, ਗੁਰਮੁਖਾਂ ਪਿਆਰਿਆਂ ਦੇ ਪਾਸੋਂ ਅਰਥ ਬੋਧ ਹਾਸਲ ਕਰਦਾ ਹੈ, ਗੁਰਬਾਣੀ ਦੇ ਅਰਥ ਸਮਝ ਕੇ ਜੀਵਨ ਗੁਰਬਾਣੀ ਅਨੁਸਾਰ ਢਾਲ ਲੈਂਦਾ ਹੈ, ਤੇ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੈ ਕਮਾਵੈ ਸੋ ਉਤਰੈ ਪਾਰ। ਜਿਹੜਾ ਬਾਣੀ ਨੂੰ ਸੁਣੇਗਾ, ਬਾਣੀ ਦੇ ਅਰਥ ਸਮਝੇਗਾ, ਅਰਥਾਂ ਅਨੁਸਾਰ ਜੀਵਨ ਨੂੰ ਢਾਲੇਗਾ, ਸੋ ਉਤਰੈ ਪਾਰ। ਉਹ 84 ਦੇ ਗੇੜ ਤੋਂ ਪਾਰ ਹੋ ਜਾਵੇਗਾ। ਹੀ ਇਜ਼ ਕੈਰੀਡ ਅਕ੍ਰੋਸ ਦਿਸ ਵਰਲਡ। ਦੁਨੀਆ ਤੋਂ ਪਾਰ ਹੋ ਜਾਵੇਗਾ, ਉਹਦਾ ਪਾਰ ਉਤਾਰਾ ਹੋ ਜਾਵੇਗਾ। ਸੋ ਧਿਆਨ ਦਿਓ, ਕਹਿੰਦੇ ਜਨਮ ਨਾ ਮਰੈ, ਨਾ ਆਵੇ ਨਾ ਜਾਏ। ਜਨਮ ਨਾ ਮਰੈ, ਨਾ ਆਵੇ ਨਾ ਜਾਏ, ਹਰ ਛੇਤੀ ਉਹ ਰਹਿ ਸਮਾਏ। ਕੌਣ ਜੀ? ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੈ ਕਮਾਵੈ ਸੋ ਉਤਰੈ ਪਰ। ਜਿਹੜਾ ਬਾਣੀ ਨੂੰ ਸੁਣਦਾ ਹੈ, ਸ਼ੁੱਧਤਾ ਨਾਲ ਪੜ੍ਹਦਾ ਹੈ, ਉਹਦੇ ਅਨੁਸਾਰ ਜੀਵਨ ਨੂੰ ਢਾਲਦਾ ਹੈ, ਉਹਦਾ 84 ਦਾ ਗੇੜ ਮੁੱਕ ਜਾਂਦਾ ਹੈ। He remains blended with the Lord। ਉਹ ਪਰਮਾਤਮਾ ਵਿੱਚ ਅਭੇਦਤਾ ਹਾਸਲ ਕਰ ਲੈਂਦਾ ਹੈ। ਔਰ ਵਿਸ਼ੇਸ਼ ਕਰਕੇ ਹਦਾਇਤ ਕੀਤੀ
ਵੀ ਗੁਰਬਾਣੀ ਦੇ ਅਰਥ ਗੁਰੂ ਘਰ ਦੇ ਵਿਦਵਾਨ ਸ਼ਰਧਾਵਾਨ ਸਿੱਖਾਂ ਪਾਸੋਂ ਪੜ੍ਹਨੇ ਨੇ। ਮਨਮਤੀਏ ਬੰਦੇ ਕੋਲੋਂ ਅਰਥ ਪੜ੍ਹੋਗੇ ਜਿਹੜਾ ਗੁਰੂ ਨਾਨਕ ਨਿਰੰਕਾਰੀ ਨੂੰ, ਦਸੋ ਪਾਤਸ਼ਾਹੀਆਂ ਨੂੰ, ਅਕਾਲ ਪੁਰਖ ਦਾ ਸਰੂਪ ਨਹੀਂ ਸਮਝਦਾ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਇੱਕ ਦੁਨਿਆਵੀ ਕਿਤਾਬ ਦੇ ਅਰਥਾਂ ਵਾਂਗੂ ਹੀ ਕਰਨ ਲੱਗ ਪਵੇਗਾ। ਇਹ ਬ੍ਰਹਮ ਦੇ ਬੋਲ ਨੇ, ਖੁਦਾ ਦੇ ਬੋਲ ਨੇ, ਅਗੰਮੀ ਬੋਲ ਨੇ। ਮਹਾਰਾਜ ਕਹਿੰਦੇ ਨੇ ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥਾਵੈ। ਇਹ ਗੁਰਮੁਖਾਂ ਨੂੰ ਹੀ ਅਸਲ ਬਾਣੀ ਦੇ ਅਰਥਾਂ ਦਾ ਬੋਧ ਹੈ। ਕਿਵੇਂ ਹਾਸਲ ਹੋਇਆ? ਗੁਰੂ ਵੱਲ ਮੁਖ ਕਰਕੇ, ਗੁਰੂ ਕੀ ਕਿਰਪਾ ਦੇ ਸਦਕਾ। ਤੇ ਜਿਹੜੇ ਗੁਰਮੁਖ ਜਾਣੇ ਬਿਰਲੋ ਕੋ ਅਰਥਾਵੇ, ਉਹ ਵਿਰਲੇ ਹੁੰਦੇ ਨੇ ਜਿਹੜੇ ਅਸਲ ਇਹਦੇ ਅਰਥ ਗੁਰੂ ਕੀ ਬਖਸ਼ੀ ਸੋਝੀ ਅਨੁਸਾਰ ਕਰਦੇ ਨੇ। ਸੋ ਗੁਰਮੁਖ, ਗੁਰਮਤੀਆ, ਗੁਰਸਿੱਖ, ਗੁਰੂ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰਨ ਵਾਲੇ ਸਤਿਪੁਰਸ਼ ਕੋਲੋਂ ਹੀ ਗੁਰਬਾਣੀ ਦੇ ਅਰਥ ਸਿੱਖਣੇ ਨੇ। ਮਨਮਤੀਆ ਅਰਥਾਂ ਦਾ ਅਨਰਥ ਕਰੇਗਾ, ਆਪ ਡੁੱਬਿਆ ਹੈ ਤੁਹਾਨੂੰ ਵੀ ਡੋਬ ਦੇਵੇਗਾ। ਭਾਵਨਾ ਵਾਲੇ ਕੋਲੋਂ ਅਰਥ ਪੜ੍ਹਨੇ ਨੇ। ਅੱਗੇ ਮਹਾਰਾਜ ਕਹਿੰਦੇ ਨੇ, ਗੁਰੂ ਪਾਤਸ਼ਾਹ ਨੇ ਅੱਗੇ ਬੋਲ ਕਹੇ ਨੇ, ਰਹਿਤ ਪੰਜਾਂ ਕਕਾਰਾਂ ਦੀ ਦ੍ਰਿੜ ਰੱਖਣੀ ਹੈ। ਇਹ 7ਵਾਂ ਹੁਕਮ ਹੈ। ਇਹਦਾ 6ਵੇਂ ਬਚਨ ਦੇ ਨਾਲ ਕੋਈ ਖਾਸ ਸੰਬੰਧ ਹੈ ਇਸ ਬੋਲ ਦਾ। ਹੁਣ ਤੁਸੀਂ ਧਿਆਨ ਦਿਓ। ਮਹਾਰਾਜ ਨੇ ਕਿਹਾ ਬਾਣੀ ਅਰਥਾਂ ਅਨੁਸਾਰ ਪੜ੍ਹਨੀ ਹੈ। ਜੀਵਨ ਬਾਣੀ ਦੇ ਅਰਥਾਂ ਅਨੁਸਾਰ, ਵਿਚਾਰਧਾਰਾ ਅਨੁਸਾਰ ਢਾਲਣਾ ਹੈ, ਫਿਰ ਸਫਲਾ ਹੈ। ਯਾਦ ਰੱਖਿਓ, ਜਿਹੜੇ ਪੇੜ ਦੀ ਜੜ ਧਰਤੀ ਵਿੱਚ ਹੋਵੇ ਨਾ, ਪਹਿਲਾਂ ਬੀਜ ਧਰਤੀ ਵਿੱਚ ਹੁੰਦਾ ਹੈ, ਫਿਰ ਹੀ ਪ੍ਰਫੁੱਲਤ ਹੁੰਦਾ ਹੈ। ਅੰਦਰ ਬਾਣੀ ਹੈ ਤੇ ਬਾਹਰ ਬਾਣਾ ਤੇ ਕਕਾਰ ਪ੍ਰਫੁੱਲਤ ਹੋ ਜਾਣਗੇ। ਅੰਦਰ ਬਾਣੀ ਨਹੀਂ ਤੇ ਬਾਣਾ ਵੀ ਨਹੀਂ ਪਾਉਂਦਾ। ਤੇ ਜੇ ਬਿਨਾਂ ਬਾਣੀ ਤੋਂ ਬਾਣਾ ਹੈ ਤੇ ਜਿਹੜੇ ਪੇੜ ਦੀ ਜੜ ਨਾ ਹੋਵੇ, ਆ ਨਕਲੀ ਤੁਸੀਂ ਪੇੜ ਵੇਖੇ ਨਾ ਜਿਹੜੇ ਰਾਤ ਨੂੰ ਸੜਕਾਂ ਤੇ ਸਜਾਏ ਹੁੰਦੇ ਫੁੱਲ ਬੂਟੇ ਜੇ ਲਾ ਕੇ, ਨਕਲੀ, ਜਿਹੜੇ ਪੇੜ ਦੀ ਜੜ ਹੀ ਨਹੀਂ ਹੈ, ਨਕਲੀ ਹੈ, ਉੱਤੇ ਹੀ ਐਡਜਸਟ ਕਰ ਦਿੰਦੇ ਨੇ ਧਰਤੀ ਤੇ, ਫੁੱਲ ਝੜੀਆਂ ਜੀਆਂ ਲਾ ਦਿੰਦੇ ਨੇ। ਜਿਹੜੇ ਪੇੜ ਦੀ ਜੜ ਨਹੀਂ, ਨਾ ਉਹ ਫਾਲੀ ਦੇ ਸਕਦਾ, ਨਾ ਫੋਲੀ ਦੇ ਸਕਦਾ, ਨਾ ਖੁਸ਼ਬੋਈ ਦੇ ਸਕਦਾ। ਜੇ ਬਾਣੀ ਨਹੀਂ ਤੇ ਬਾਣਾ ਸ਼ੋਭਨੀਕ ਨਹੀਂ ਹੈ, ਤੇ ਜੇ ਬਾਣਾ ਹੈ ਬਾਣੀ ਨਹੀਂ, ਇਹ ਸ਼ੋਭਾ ਨਹੀਂ ਪਾਵੇਗਾ। ਤੇ ਜੇ ਬਾਣੀ ਹੈ ਬਾਣਾ ਨਹੀਂ ਤੇ ਗੱਲ ਫਿਰ ਵੀ ਨਹੀਂ ਬਣਨੀ। ਜੇ ਬੀਜ ਹੁੰਦਾ ਤੇ ਰੁੱਖ ਜ਼ਰੂਰ ਪੈਦਾ ਹੁੰਦਾ। ਜੇ ਤੇਰੇ ਕੋਲ ਬਾਣਾ ਨਹੀਂ, ਮਤਲਬ ਸਾਫ਼ ਹੈ, ਤੇਰੇ ਕੋਲ ਬਾਣੀ ਵੀ ਹੈ ਨਹੀਂ ਹੈ। ਜੇ ਪੰਜ ਕਕਾਰ ਨਹੀਂ, ਤੇਰੇ ਕੋਲ ਬਾਣੀ ਵੀ ਹੈ ਨਹੀਂ ਹੈ। ਦਾਅਵੇ ਤੂੰ ਕਰੀ ਜਾਣਾ ਮੇਰਾ ਮਨ ਸਾਫ਼ ਹੈ। ਦੀਨ ਦੁਨੀਆ ਦੇ ਮਾਲਕ ਕਹਿੰਦੇ ਪੰਜ ਕਕਾਰਾਂ ਦੀ ਰਹਿਤ ਦ੍ਰਿੜ ਕਰਨੀ ਹੈ। ਸਾਨੂੰ ਪੰਜਾਂ ਕਕਾਰਾਂ ਦੀ ਰਹਿਤ ਦ੍ਰਿੜ ਕਰਾਈ ਔਰ ਕਹਿ ਦਿੱਤਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ, ਨਾ ਹੀ ਰਹਿਤ ਬੜੀ ਜ਼ਰੂਰੀ ਹੈ। ਜੋ ਰਹਿਤ ਨਹੀਂ ਨਾ ਰੱਖਦਾ ਉਹ ਗੁਰੂ ਨੂੰ ਪਿਆਰਾ ਨਹੀਂ ਹੈ। ਤੁਸੀਂ ਰੋਜ਼ ਪੜ੍ਹਦੇ ਹੋ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ। ਕਹਿੰਦੇ ਦੇਖ, ਤੇਰਾ ਸੁਭਾਅ ਕੁਝ ਐਸਾ ਹੈ, ਧਰਮ ਦੇ ਬਾਹਰਲੇ ਚਿੰਨ ਤੂੰ ਬਾਣਾ ਤੇ ਪਾ ਲਿਆ, ਧਰਮ ਦੇ ਬਾਹਰਲੇ ਚਿੰਨ ਤੇ ਤੂੰ ਧਾਰਨ ਕਰ ਲੈ, ਪਰ ਤੇਰੀ ਅਮਲੀ ਜ਼ਿੰਦਗੀ ਧਰਮ ਦੇ ਅਨੁਸਾਰ ਨਹੀਂ ਸੀ। ਬਾਹਰ ਤੇ ਰੁੱਖ ਹੈ ਪਰ ਜੜ ਕੋਈ ਨਹੀਂ ਹੈ, ਇਹਦਾ ਮਤਲਬ ਬਨੌਟੀ ਰੁੱਖ ਹੀ ਹੋਵੇਗਾ। ਮਹਾਰਾਜ ਆਖਣ ਲੱਗੇ, ਮਨ ਨਹੀਂ ਪ੍ਰੀਤ ਮੁਖੋ ਗੰਢ। ਮਨ ਅੰਦਰ ਪ੍ਰੀਤੀ ਨਹੀਂ ਹੈ, ਅੰਦਰ ਬਾਣੀ ਨਹੀਂ ਹੈ, ਕੇਵਲ ਉਤੋਂ ਉਤੋਂ ਗੱਲਾਂ ਕਰਦਾ ਹੈ, ਡਰਾਮੇ ਕਰਦਾ ਹੈ ਧਾਰਮਿਕ ਹੋਣ ਦੇ। ਬਾਣਾ ਹੀ ਪਾਇਆ ਹੈ। ਕਹਿੰਦੇ ਲੋਕ ਠੱਗੇ ਜਾ ਸਕਦੇ ਨੇ ਬਾਣੇ ਨਾਲ। ਤੁਸੀਂ ਵੇਖਿਓ, ਕਾਗਜ਼ ਦਾ ਫੁੱਲ ਹੋਵੇ ਤੇ ਅਸਲ ਖੁਸ਼ਬੋਈਦਾਰ ਕੋਈ ਗੁਲਾਬ ਦਾ ਫੁੱਲ ਹੋਵੇ ਤੇ ਦੂਰੋਂ ਤੱਕੋਗੇ, ਅਸੀਂ ਠੱਗੀ ਖਾ ਜਾਂਦੇ ਆ ਕਈ ਵਾਰ। ਸਾਨੂੰ ਬਨੌਟੀ ਦੀ ਚਮਕ ਵੇਖ ਕੇ ਇਉਂ ਲੱਗਦਾ ਇਹ ਅਸਲੀ ਹੈ ਤੇ ਦੂਜਾ ਨਕਲੀ ਹੈ, ਦੂਰੀ ਤੇ ਪਿਆ ਹੋਵੇ ਤੇ ਅਸੀਂ ਚੰਮ ਵੇਹਨੇ ਆ, ਅਸੀਂ ਅੰਦਰ ਨਹੀਂ ਵੇਂਦੇ, ਸਾਡੀ ਝਾਤ ਅੰਦਰ ਤਾਂ ਹੀ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਜੇ ਨਿਰੇ ਹੀ ਕਕਾਰ ਨੇ, ਤੇਰੇ ਕੋਲ ਬਾਣੀ ਹੈ ਨਹੀਂ, ਬਾਣਾ ਹੈ ਬਾਣੀ ਹੈ ਨਹੀਂ, ਜੜ ਹੈ ਨਹੀਂ। ਦੀਨ ਦੁਨੀਆ ਦੇ ਮਾਲਕ ਕਹਿੰਦੇ ਜਾਨ ਹਾਰ, ਜਾਨਨ ਹਾਰ
प्रभु प्रवीण बाहर पेख ना कत हूं भीन। वो अंदर दी जानदा है, वो चम नहीं, वो मन वेंदा है। बाहरले भेख ते कदे भी वो रीझदा नहीं है। ही इज नॉट डिस्प्रेस्ड बाय द आउटवर्ड डिस्प्ले, कदे भी इंप्रेस नहीं होएगा, कदे भी प्रभावित नहीं होएगा। ही इज नॉट इंप्रेस्ड बाय द आउटवर्ड डिस्प्ले। ये बारी विखाविਆਂ ਨਾਲ लोग ठगे ਜਾਂਦੇ ਨੇ, नानक निरंकारी नहीं ठगिया जाता। भी तू बाणा पाया है, लोग समझण बड़ा नितनेमी होएगा ते बाबा 9 वजे तक सुता ना उठदा होवे। लोग ठगे जा सकते ने, गुरु नानक नहीं। महाराज कहंदे पंजां ककारां दी रहत रखनी है। मन लवो कंगा डिग पवे, कड़ा डिग पवे, अरदास करके जपजी साहिब करके भुल बख्शा लैनी है। मन लवो इशनान करदियां कशहरे दा पहुंचा लै जावे, जाने अणजाने विच गुनाह हो जावे। ग्रंथी सिंह नूं बेनती करो, अरदास करवाओ, जपजी दा पाठ करवाओ ते भुल बख्शा लवो। बज्जर कुरैत हो जावे। बज्जर कुरैतां बाबत तुसीं जाणदे हो, समा नहीं विस्तार करां, कदे रहतनामे पढ़ लिओ, याद रखियो। बज्जर कुरैत हो जावे। पंजां प्यारियां दे पेश होके हथ जोड़ के सिनेम रोके बेनती करनी है और तरला लेना है। ऐ गुरु गोबिंद सिंह दे प्यारे सिखो, टूटी गांडन हार गोपाल बज्जर कुरैत हो गई है। गुरु टुटियां गंढन वाला है, मेरे लिए अरदास करो। गुरु नानक गुरु गोबिंद सिंह अगे बज्जर कुरैत हुई है, केस कतल करवा लैने, होर कोई कुकर्म हो जाना। अरदास करो मेरे बाबत, मैनू पातशाह बख्श देण। सेवा करके भुल बख्शाउणी, टुटी अपनी गंढा लैनी। जो भी सेवा सजा पंज प्यारे लाउण ओ करके बख्शा लैनी। महाराज दा सुभाਅ है, वो बख्श दिंदे हन। गुरु दे हुक्म विच चलना, गुर कहया साकार कमावो, गुर की करनी का है तावो। गुरु दा हुक्म है, पंज ककार सदा पास रखने ने, पंजां ककारां दी रहत दृढ़ रखनी है। ये 7वां हुक्म है दीन दुनिया दे मालक दा। और जदों गुरु दा हुक्म हो जावे, फिर इहदे विच किंतु परंतु की भी। किरपान क्यों पहननी है, कंगा क्यों, कशहरा क्यों, किरपान कच कड़ा, किरपान कंगा केश, ये 5 ककार ने। इन्हां दी रहत नूं दृढ़ रखना है। इत्थे ही दास विचार नूं संकोचदा है जी। भुल चुक दी खिमा, विचार करदियां बेअंत त्रुटियां रह जांदियां ने। गज वज के फतेह बुलाओ, गुरु पातशाह बख्श देण। वाहिगुरू जी का खालसा, वाहिगुरू जी की फतेह।